ਇਹ ਜੋ ਤੇਰੀ ਵਾਟ ਵਿੱਚ ਕੰਡੇ ਵਿਛੇ ਨੇ ਥਾਂ ਕੁ ਥਾਂ, ਹੂੰਝ ਕੇ ਕਰਦੇ ਇਹਨਾਂ ਨੂੰ ਰਾਹ ਤੋਂ ਉਰਾਂ ਪਰਾਂ। ਲਾ ਦੇ ਕਾਲੇ ਬੱਦਲਾਂ ਨੂੰ ਲਾਉਣ ਚਿੱਟੀ ਚਾਨਣੀ ਦੀ, ਸਿਉਂਦੇ ਤਿਸ ਹੱਦੇ ਦੁਆਲੇ ਮੌਲਸਰੀਆਂ ਚਾਲਰਾਂ। ਦੁੱਖ ਤਾਂ ਖੁਸ਼ੀਆਂ ਤੇ ਚੜਿਆ ਇੱਕ ਮਲੰਮਾ ਹੈ ਸਿਰਫ, ਖੁਰਚ ਕੇ ਲਾ ਦੇ ਗਮੀ ਨੂੰ ਕਰਦੇ ਇਹਦੀਆਂ ਕੀਚਰਾਂ। ਛੱਡਦੇ ਦੁੱਖਾਂ ਦੇ ਹੰਝੂ, ਛੰਡਦੇ ਦੁੱਖਾਂ ਦੇ ਹੰਝੂ ਸਿਰ ਤੇ ਜੋ ਚਾਏ ਚਿਰਾਂ ਤੋਂ, ਕਾਸ ਲਈ ਸੋਚਾਂ 'ਚ ਬੈਠੀ ਇੱਥੇ ਤਰ੍ਹਾਂ ਕਿ ਉੱਥੇ ਤਰ੍ਹਾਂ। ਪਹਿਨਣਾ ਔਰਤ ਦਾ ਚਿਹਰਾ ਬਹੁਤ ਕੁਰਬਾਨੀ ਹੈ ਵੱਡੀ, ਹੈ ਸ਼ਹਾਦਤ ਤੋਂ ਵੀ ਔਖਾ ਔਰਤ ਵਾਂਗਰ ਵਿਚਰਨਾ। ਕੌਣ ਹੋਵੇ ਜੋ ਆਣ ਪਾਵੇ ਮੇਰਿਆਂ ਦੁੱਖਾਂ ਦੀ ਹਾਥ, ਕੱਢ ਲੈਂਦੀ ਹੈ ਇਹ ਸੰਸਾਰ ਰੁੱਗ ਭਰ ਕੇ ਆਂਦਰਾਂ। ਇਹ ਕੀ ਲੋੜਾ ਹੈ ਕਿ ਲੱਗਣ ਹੱਥਕੜੀਆਂ ਹੀ ਚੂੜੀਆਂ, ਕੀ ਕਿਆਮਤ ਹੈ ਕਿ ਬਣੀਆਂ ਬੇੜੀਆਂ ਹੀ ਝਾਂਜਰਾਂ। ਜਿਸ ਨੂੰ ਪੁੰਨਿਆਂ ਦੀ ਸਾਰਨਾ, ਉਸ ਤੋਂ ਜ਼ਿੰਦਗੀ ਨੂੰ ਵਾਰਨਾ, ਮੱਥੇ ਤੇ ਉਕਰੀ ਲਕੀਰ ਦਾ ਕਿਉਂ ਕਰ ਹੋਰ ਜ਼ੁਲਮ ਜਰਾਂ। ਇਹ ਜੋ ਫੰਦਾ ਪਰੰਪਰਾ ਦਾ ਚੋਗ ਲਈ ਪੈਰੀ ਨੂੜਿਆ, ਤੋੜ ਇਸ ਦੀ ਮੜਕ ਨੂੰ ਲਾ ਕੇ ਸੁੱਟਦੇ ਦੂਰ ਪਰਾਂ। ਆਪਣੇ ਕਰਮਾਂ ਦੀ ਕਿਤਾਬ ਦਾ ਨਾ ਕਰ ਹੋਰ ਹਿਸਾਬ ਕਿਤਾਬ, ਆਪਣੇ ਕਰਮਾਂ ਦੀ ਕਿਤਾਬ ਦਾ ਨਾ ਕਰ ਹੋਰ ਹਿਸਾਬ ਕਿਤਾਬ। ਹੱਥ ਵਿੱਚ ਫੜ ਕੇ ਕਲਮ ਨਾਲ ਖੁਦ ਹੱਕ ਸੱਚ ਦਾ ਇਨਸਾਫ ਕਰਾਂ। ਅੱਜ ਅਸੀਂ ਕੈਨੇਡਾ ਦੀ ਜਾਣੀ ਪਛਾਣੀ ਲੇਖਕ ਸੁਰਜੀਤ ਕਲਸੀ ਨਾਲ ਗੱਲਬਾਤ ਕਰਨ ਆਏ ਹਨ। ਸੁਰਜੀਤ ਕਲਸੀ ਕੈਨੇਡਾ 'ਚ ਪਿਛਲੇ 30-25 ਸਾਲ ਤੋਂ ਰਹਿੰਦੇ ਆ ਰਹੇ ਹਨ ਅਤੇ ਲਿਖਦੇ ਵੀ ਆ ਰਹੇ ਹਨ, ਅਤੇ ਅਸੀਂ ਉਹਨਾਂ ਦੀ ਜ਼ਿੰਦਗੀ ਬਾਰੇ ਹੋਰ ਜਾਣਨ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਦੱਸੋ ਤੁਹਾਡਾ ਜਨਮ ਸਥਾਨ ਕਿੱਥੇ ਹੈਗਾ? ਮੇਰਾ ਜਨਮ ਸਥਾਨ ਅੰਮ੍ਰਿਤਸਰ ਹੈ, ਪੰਜਾਬ ਦੇ ਵਿੱਚ। ਅਤੇ ਤੁਸੀਂ ਇੰਡੀਆ ਤੋਂ ਕਦੋਂ ਆਏ ਇੱਥੇ? ਇੰਡੀਆ ਤੋਂ ਮੈਂ ਜਨਵਰੀ 1974 ਵਿੱਚ ਆਈ ਸਾਂ। ਤੁਸੀਂ ਆਪਣੀ ਰਚਨਾਵਾਂ ਬਾਰੇ ਸਾਨੂੰ ਕੁਝ ਦੱਸੋ। ਮੈਂ ਰਚਨਾਵਾਂ ਬਾਰੇ ਵੀ ਤੁਹਾਨੂੰ ਦੱਸਦੀ ਹਾਂ ਕਿ ਤੁਸੀਂ ਮੈਨੂੰ ਪੁੱਛਿਆ ਸੀ ਇਸ ਤੋਂ ਪਹਿਲਾਂ ਕਿ ਆਪਣੀ ਪਹਿਲੀ ਰਚਨਾ ਕਿਹੜੀ ਸੀ। ਹਾਂਜੀ। ਉਦੋਂ ਮੈਂ ਬਹੁਤ ਛੋਟੀ ਸਾਂ, 13-14 ਸਾਲ ਦੀ ਸਾਂ, ਜਦੋਂ ਮੇਰੀ ਇੱਕ ਕਵਿਤਾ ਮੈਂ ਲਿਖੀ ਸੀ। ਮੈਂ ਤੁਹਾਨੂੰ ਪਹਿਲਾਂ ਉਹਦੇ ਨਾਲ ਜਾਣ ਪਛਾਣ ਕਰਾਉਂਦੀ ਹਾਂ। ਇਹ ਕਵਿਤਾ ਉਸ ਤੋਂ ਬਾਅਦ 1969 ਦੇ ਵਿੱਚ ਜਨ ਸਾਹਿਤਿਕ ਮੈਗਜ਼ੀਨ ਛਪਦਾ ਹੁੰਦਾ ਸੀਗਾ ਪਟਿਆਲੇ ਤੋਂ, ਹੁਣ ਵੀ ਛਪਦਾ, ਉਹਦੇ ਵਿੱਚ ਛਪੀ ਸੀ ਛੋਟਾ ਜਿਹਾ। ਰਿਸ਼ਤੇ ਮੋਹ ਦੀਆਂ ਤੰਦਾਂ, ਕੱਚੀਆਂ ਤੰਦਾਂ ਟੁੱਟ ਟੁੱਟ ਜਾਣ, ਕੱਚਾ ਕੱਚਾ ਸੂਤ ਵਿਸ਼ਵਾਸ ਦਾ ਤੰਦਾਂ ਖੁਸ ਖੁਸ ਜਾਣ। ਜਦੋਂ ਜੀਵਨ ਚਰਖੇ ਦੀ ਹੱਥੜੀ ਲੱਗਦੀ ਗੇੜੇ ਖਾਣ। ਦਿਲ ਵਿੱਚ ਮੇਰੇ ਮੋਹ ਦੀਆਂ ਤੰਦਾਂ ਬਿਰਹਾ ਬਿਰਹਾ ਗਾਉਣ, ਤੰਦ ਉੱਤੇ ਤੰਦ ਪਾਈ ਜਾਂਦੀ, ਤਕਲੇ ਤੰਦ ਪੱਕਦੀ ਜਾਂਦੀ। ਰਿਸ਼ਤੇ ਮੋਹ ਦੀਆਂ ਤੰਦਾਂ, ਕੱਚੀਆਂ ਤੰਦਾਂ ਟੁੱਟ ਟੁੱਟ ਜਾਣ, ਕੱਚਾ ਕੱਚਾ ਸੂਤ ਵਿਸ਼ਵਾਸ ਦਾ ਤੰਦਾਂ ਖੁਸ ਖੁਸ ਜਾਣ। ਇਹ ਬਹੁਤ ਹੀ ਖੂਬਸੂਰਤ ਰਚਨਾ ਹੈ। ਸਾਨੂੰ ਦੱਸੋ ਤੁਸੀਂ ਇਹ ਰਚਨਾ ਕਿਸ ਲਈ ਲਿਖੀ, ਕਦ ਲਿਖੀ ਅਤੇ ਕਿਉਂ ਲਿਖੀ? ਤੁਸੀਂ ਇੰਨੇ ਸਾਰੇ ਸਵਾਲ ਪੁੱਛੇ ਸੀ। ਮੈਂ ਬਹੁਤ ਛੋਟੀ ਸਾਂ ਜਦੋਂ ਦੀ ਲਿਖੀ ਹੈ, ਔਰ ਮੈਨੂੰ ਸਾਹਿਤ ਦਾ ਬਹੁਤ ਸ਼ੌਂਕ ਸੀ। ਮੈਂ ਛੋਟੀ ਜਿੰਨੀ ਹੁੰਦੀ ਉਦੋਂ 13-14 ਸਾਲ ਸੀ, ਜਦੋਂ ਅੰਮ੍ਰਿਤਸਰ ਦੇ ਵਿੱਚ ਬੜੇ ਮਕਬੂਲ ਸ਼ਾਇਰ ਵਿਧਾਤਾ ਸਿੰਘ ਧੀਰ ਹੋਣਾ ਦੀ ਅਕੈਡਮੀ ਉੱਥੇ ਚੱਲਦੀ ਸੀ, ਗਿਆਨੀ ਪੜ੍ਹਾਉਂਦੇ ਹੁੰਦੇ ਸਨ, ਅਤੇ ਮੈਂ ਉੱਥੇ ਜਾ ਕੇ ਉਹਨਾਂ ਦੀ ਕਲਾਸ ਦੇ ਵਿੱਚ ਬੈਠ ਜਾਂਦੀ ਹੁੰਦੀ ਸਾਂ। ਅਤੇ ਮੈਨੂੰ ਉਹਨਾਂ ਤੋਂ ਉੱਥੇ ਪੜ੍ਹਨ ਦਾ ਅਤੇ ਕਵਿਤਾ ਲਿਖਣ ਦਾ ਸ਼ੌਂਕ ਜਾਗਿਆ। ਅਤੇ ਇੱਕ ਉਦੋਂ ਹੁੰਦਾ ਸੀ, ਕੁੜੀਆਂ ਦਿਖਾਉਂਦੀਆਂ ਨਹੀਂ ਸੀ ਹੁੰਦੀਆਂ ਆਪਣੀ ਕਵਿਤਾਵਾਂ ਜਾਂ ਕੁਝ ਲਿਖ ਕੇ ਲੁਕੋ ਜਾਂਦੀਆਂ ਹੁੰਦੀਆਂ ਸੀ, ਅਤੇ ਫਿਰ ਮੈਂ ਲੁਕ ਲੁਕ ਕੇ ਲਿਖਦੀ ਹੁੰਦੀ ਸੀ। ਕਿ ਤੁਹਾਨੂੰ ਉਹਨਾਂ ਤੋਂ ਪ੍ਰੇਰਨਾ ਮਿਲੀ ਲਿਖਣ ਦੀ? ਉਹਨਾਂ ਤੋਂ ਵੀ, ਅਤੇ ਹੋਰ ਵੀ ਜਿਹੜੇ ਉਸ ਵਕਤ ਦੇ ਬਹੁਤ ਰਾਈਟਰ ਸਨ, ਜਿਵੇਂ ਅੰਮ੍ਰਿਤਾ ਪ੍ਰੀਤਮ, ਨਾਨਕ ਸਿੰਘ ਹੋਣੀ ਅੰਮ੍ਰਿਤਸਰ ਦੇ ਸੀ, ਨਾਵਲ ਲਿਖਦੇ ਸਨ ਉੱਥੇ। ਅਤੇ ਜਿੱਥੇ ਅਸੀਂ ਰਹਿੰਦੇ ਸਾਂ ਅੰਮ੍ਰਿਤਸਰ, ਉਹ ਦਰਬਾਰ ਸਾਹਿਬ ਦੇ ਕੋਲ ਬਾਗ ਵਾਲੀ ਗਲੀ ਦੇ ਵਿੱਚ ਸਾਡਾ ਘਰ ਸੀ, ਅਤੇ ਸਾਡੇ ਉੱਥੇ ਰਾਈਟਰ ਜਿਹੜੇ ਸੀ ਆਮ ਆਉਂਦੇ ਜਾਂਦੇ ਸੀਗੇ ਮੇਰੇ ਪਿਤਾ ਜੀ ਹੋਣਾ ਕੋਲ, ਅਤੇ ਉਹਨਾਂ ਤੋਂ ਹੀ ਪ੍ਰੇਰਨਾ ਮੈਨੂੰ ਮਿਲੀ ਛੋਟੇ ਹੁੰਦਿਆਂ ਤੋਂ ਹੀ। ਤੇ ਤੁਸੀਂ ਰਾਈਟਰਸ ਨੂੰ ਮਿਲਣ ਵੀ ਜਾਂਦੇ ਹੁੰਦੇ ਸੀਗੇ? ਮੈਂ ਤਾਂ ਛੋਟੀ ਸਾਂ ਬਹੁਤ ਉਦੋਂ, ਪਰ ਬਾਅਦ ਦੇ ਵਿੱਚ ਜਦੋਂ ਰਾਈਟਰਾਂ ਫਿਰ ਜਦੋਂ ਮਿਲਣ ਲੱਗੀਆਂ ਵੱਡੇ ਹੋ ਕੇ ਤਾਂ ਮਿਲੇ ਹੀ। ਹਾਂਜੀ। ਤੇ ਤੁਸੀਂ ਦੱਸ ਰਹੇ ਸੀ ਤੁਸੀਂ 13-14 ਸਾਲ ਦੇ ਸੀਗੇ, ਉਸ ਟਾਈਮ ਕਿਹੜਾ ਸਾਲ ਸੀਗਾ, ਕਦ ਲਿਖੀ ਤੁਸੀਂ ਇਹ? ਇਹ ਬਹੁਤ ਪਹਿਲਾਂ ਦੀ ਗੱਲ ਹੈ, ਸਾਲ ਤਾਂ ਹੁਣ ਮੈਨੂੰ ਕਿਹੜਾ ਸੀਗਾ, 60 ਕੇ ਬਾਅਦ 65 ਦੀ ਗੱਲ। ਤੇ ਤੁਸੀਂ ਆਪਣੇ ਪਰਿਵਾਰ ਬਾਰੇ ਸਾਨੂੰ ਕੁਝ ਦੱਸੋ। ਹਾਂ, ਉੱਥੇ ਫਿਰ ਅੰਮ੍ਰਿਤਸਰ ਦੇ ਵਿੱਚ ਹੀ ਸਾਡਾ ਪਰਿਵਾਰ ਸੀ। ਮੇਰੇ ਫਾਦਰ ਸਨ, ਮੇਰੇ ਬ੍ਰਦਰ ਸਿਸਟਰ ਉੱਥੇ ਸਾਰੇ ਸਨ। ਮੇਰੀ ਮਦਰ ਬਹੁਤ ਛੋਟੇ ਹੁੰਦਿਆਂ ਦੀ ਗੁਜ਼ਰ ਗਈ ਸੀ, ਅਤੇ ਸਾਡੇ ਪਿਤਾ ਜੀ ਨੇ ਸਾਨੂੰ ਪਾਲਿਆ ਸੀਗਾ। ਅਤੇ ਉਸ ਤੋਂ ਬਾਅਦ ਉਹਨਾਂ ਦੀ ਵੀ ਡੈਥ ਹੋ ਗਈ ਸੀ ਜਦੋਂ ਮੈਂ 10 ਸਾਲ ਦੀ ਸਾਂ।
ਤੇ ਫਿਰ ਸਾਡੀ ਵੱਡੀ ਸਿਸਟਰ ਹੁੰਦੀ ਸੀ, ਉਹ ਮੈਰਿਡ ਸੀਗੀ ਉਦੋਂ, ਤੇ ਉਹਨਾਂ ਨੇ ਸਾਨੂੰ ਫਿਰ ਮੈਨੂੰ ਤੇ ਮੇਰਾ ਛੋਟਾ ਭਰਾ ਜਿਹੜਾ ਸੀ ਉਹਨਾਂ ਨੂੰ ਪਾਲਿਆ ਤੇ ਪੜਾਇਆ। ਅਸੀਂ ਫਿਰ ਆਪਣੇ ਪੜ੍ਹਦੇ ਗਏ, ਪੜ੍ਹ ਕੇ ਤੇ ਪੰਜਾਬ ਯੂਨੀਵਰਸਿਟੀ ਤੱਕ ਉੱਥੇ ਮੈਂ ਪੜ੍ਹੀ ਹਾਂ। ਪੰਜਾਬੀ ਦੀ ਐਮਏ ਕੀਤੀ, ਅੰਗਰੇਜ਼ੀ ਦੀ ਐਮਏ ਕੀਤੀ, ਤੇ ਫਿਰ ਮੈਂ ਉੱਥੇ ਹੀ ਕੰਮ ਵੀ ਸ਼ੁਰੂ ਕੀਤਾ। ਪਹਿਲਾਂ ਮੈਂ ਪੜ੍ਹਾਉਂਦੀ ਨਹੀਂ ਹਾਂ ਸਕੂਲ ਦੇ ਵਿੱਚ, ਕਿਉਂਕਿ ਜੀਬੀਟੀ ਕਰਕੇ ਪਹਿਲਾਂ ਪੜ੍ਹਾਉਣ ਲੱਗੀ ਸਾਂ। ਫਿਰ ਨਾਲ ਮੈਂ ਜੇ ਜੂਨੀਅਰ ਬੇਸਿਕ ਟੀਚਰਸ ਟ੍ਰੇਨਿੰਗ ਹੁੰਦੀ ਉਹ ਲੈ ਕੇ, ਤੇ ਫਿਰ ਨਾਲ ਮੈਂ ਆਪਣੇ ਪੜ੍ਹਦੀ ਵੀ ਰਹੀ, ਜਦੋਂ ਪੜ੍ਹਾਉਂਦੀ ਰਹੀ ਨਾਲ ਮੈਂ ਪੜ੍ਹਦੀ ਵੀ ਰਹੀ। ਤੇ ਜਦੋਂ ਐਮਏ 'ਚ ਪੜ੍ਹਦੀ ਸਾਂ ਇੰਗਲਿਸ਼ ਵਿੱਚ, ਉਦੋਂ ਫਿਰ ਇੱਕ ਜੌਬ ਨਿਕਲੀ ਸੀ ਉੱਥੇ ਆਲ ਇੰਡੀਆ ਰੇਡੀਓ 'ਤੇ ਚੰਡੀਗੜ੍ਹ। ਉਹ ਨਿਊਜ਼ ਰੀਡਰ ਦੀ ਸੀ, ਨਿਊਜ਼ ਰੀਡਰ ਟਰਾਂਸਲੇਟਰ ਦੀ। ਸੋ ਇਹ ਨੈਸ਼ਨਲ ਲੈਵਲ ਦੀ ਸਿਲੈਕਸ਼ਨ ਹੁੰਦੀ ਹੈ ਉਦੋਂ, ਤੇ ਉਹਦੇ ਵਿੱਚ ਫਿਰ ਮੈਂ ਸਿਲੈਕਟ ਹੋ ਗਈ ਸੀ 1968 ਦੇ ਵਿੱਚ। ਤੁਹਾਡਾ ਵਿਚਾਰ ਇੰਨਾ ਵਧੀਆ ਹੈ, ਤੁਸੀਂ ਸਿਲੈਕਟ ਹੋਣਾ ਹੀ ਸੀਗਾ। ਉਦੋਂ ਫਿਰ ਅਸੀਂ ਪੰਜਾਬੀ ਵੀ ਪੜ੍ਹਦੇ, ਉਦੋਂ ਪੰਜਾਬੀ ਦਾ ਸਟੈਂਡਰਡ ਵੀ ਕਾਫੀ ਹੁੰਦਾ ਸੀ। ਪੰਜਾਬੀ ਰਾਈਟਰ ਵੀ ਬੜੀ ਅੱਛੀ ਬੋਲਦੇ ਸੀ, ਪੜ੍ਹਾਉਂਦੇ ਵੀ ਸਕੂਲਾਂ 'ਚ ਬੜੀ ਵਧੀਆ ਸੀ ਪੰਜਾਬੀ। ਕਿ ਤੁਸੀਂ ਉਸ ਟਾਈਮ ਤੇ ਵੀ ਰਚਨਾਵਾਂ ਲਿਖਦੇ ਸੀਗੇ? ਹਾਂ, ਉਦੋਂ ਤੱਕ ਵੀ ਲਿਖਦੀ ਸਾਂ। ਉਦੋਂ ਫਿਰ ਉਸ ਤੋਂ ਬਾਅਦ ਜਨਸਾਹਿਤ 'ਚ, ਜਾਗਰਤੀ 'ਚ, ਹੋਰ ਛੋਟੇ ਜਿਹੜੇ ਹੋਰ ਮੈਗਜ਼ੀਨ ਸੀਗੇ ਉੱਥੇ ਉਹਨਾਂ ਵਿੱਚ ਛਪਦੀਆਂ ਰਹੀਆਂ ਨਾਲ, ਤੇ ਅਖਬਾਰਾਂ 'ਚ ਵੀ ਛਪਦੇ ਨੇ ਜਿਹੜੇ ਅਖਬਾਰ ਉੱਥੇ ਅਕਾਲੀ ਪੱਤਰਕਾਰ, ਨਵਾਂ ਜ਼ਮਾਨਾ ਹੁੰਦੇ ਸੀਗੇ। ਤੁਹਾਡੇ ਕਹਾਣੀਆਂ ਵੀ ਛਪਦੀਆਂ ਰਹੀਆਂ, ਕਹਾਣੀਆਂ ਤੇ ਤੁਹਾਡੇ ਪਰਿਵਾਰ ਬਾਰੇ ਤੁਸੀਂ ਸਾਨੂੰ ਦੱਸਿਆ, ਤੇ ਮੈਂ ਪੁੱਛਣਾ ਚਾਹੁੰਦੀ ਸੀ ਕਿ ਮੈਨੂੰ ਪਤਾ ਹੈ ਕਿ ਤੁਹਾਡੇ ਲਈ ਜ਼ਿੰਮੇਵਾਰੀਆਂ ਕਾਫੀ ਵੱਧ ਗਈਆਂ ਹੋਣੀਆਂ, ਕਿਉਂਕਿ ਤੁਹਾਡੇ ਮਾਂ-ਬਾਪ ਚੱਲਦੇ ਸੀ, ਪਰ ਕੀ ਹੋਰ ਕੋਈ ਹੈਗਾ ਤੁਹਾਡੇ ਪਰਿਵਾਰ ਵਿੱਚ ਜਿਸ ਨੂੰ ਲਿਖਣਾ ਪਸੰਦ ਹੈ? ਹਾਂ, ਲਿਖਣਾ ਵੀ ਪਸੰਦ ਹੈ, ਪਰ ਮੈਂ ਥੋੜਾ ਜਿਹਾ ਪਰਿਵਾਰ ਦਾ ਅੱਧਾ ਹਿੱਸਾ ਦੱਸਿਆ ਸੀ, ਪਰਿਵਾਰ ਦਾ ਦੂਜਾ ਹਿੱਸਾ ਵੀ ਦੱਸ ਕੇ ਲਿਖਿਆ। ਸੋ ਪਰਿਵਾਰ ਦਾ ਫਿਰ ਜਦੋਂ 73 ਦੇ ਵਿੱਚ ਮੈਂ ਉੱਥੇ ਕੰਮ ਕਰਦੀ ਸਾਂ ਆਲ ਇੰਡੀਆ ਰੇਡੀਓ ਤੇ ਟਰਾਂਸਲੇਟਰ ਦੇ ਤੌਰ ਤੇ ਉਦੋਂ ਕਿਉਂਕਿ ਮੇਰੀ ਸਿਸਟਰ ਮੇਰੀ ਜਿਹੜੀ ਸੀ ਉਹਨੇ ਹੈਲਪ ਕੀਤੀ ਸੀ ਮੈਨੂੰ ਪੜ੍ਹਾਉਣ ਤੇ ਸਾਰਾ ਕੁਝ ਕਰਨ ਤੇ। ਫਿਰ ਉਹ ਚਾਹੁੰਦੀ ਸੀ ਕਿ ਕੁੜੀ ਵੱਡੀ ਹੋ ਜਾਂਦੀ ਆ, 25 ਸਾਲ ਲੰਘ ਗਏ ਆ ਤੇ ਉਹਦਾ ਵਿਆਹ ਕਰਤਾ ਜਾਵੇ ਜਿਵੇਂ ਤੁਹਾਡੇ। ਸੋ ਉਹਨਾਂ ਨੇ ਫਿਰ ਅਖਬਾਰਾਂ 'ਚ ਦੇ ਕੇ ਤੇ ਇੱਕ ਮੁੰਡਾ ਲੱਭਿਆ, ਉਹ ਬਾਹਰੋਂ, ਜਿਹੜਾ ਉਹਨੇ ਵੀ ਅਖਬਾਰ 'ਚ ਦਿੱਤਾ ਹੋਇਆ ਸੀ, ਤੇ ਉਹ ਨਿਕਲੇ ਅਜਮੇਰ ਰੋਡੇ। ਸੋ ਅਜਮੇਰ ਰੋਡੇ ਇਹਨਾਂ ਨੇ ਪਾਏ। ਫਿਰ ਮੇਰੀ ਸਿਸਟਰ ਨੇ ਕਿਹਾ ਵੀ ਹੁਣ ਤੇਰਾ ਵਿਆਹ ਕਰ ਦੇਣਾ ਹੈ। ਇਹਨਾਂ ਨੇ ਫਿਰ ਘਰ ਬੁਲਾਇਆ ਫਿਰ ਵਿਆਹ ਕਰਤਾ। ਉਹ ਪਤਾ ਹੀ ਲੱਗਿਆ ਕਿ ਇਹ ਵੀ ਰਾਈਟਰ ਸੀ। ਸੋ ਇਹਨਾਂ ਨੇ ਸਾਇੰਸ ਦੀ ਰਿਸਰਚ ਕੀਤੀ ਹੋਈ ਸੀਗੀ, ਆਇਨਸਟਾਈਨ ਦੀ ਥਿਊਰੀ ਦੇ ਉੱਤੇ ਕੰਮ ਕੀਤਾ ਹੋਇਆ ਸੀਗਾ, ਤੇ ਹੀ ਵਾਸ ਇੰਜੀਨੀਅਰ ਸੀਗੇ। ਤੇ ਪਰ ਕੈਨੇਡਾ ਆਇਆ ਨੂੰ ਕਾਫੀ ਚਿਰ ਹੋ ਗਿਆ ਸੀ ਇੱਥੇ, ਤੇ ਫਿਰ ਇੱਥੇ ਆ ਕੇ ਇਹਨਾਂ ਨੇ ਵਾਟਰਲੂ ਯੂਨੀਵਰਸਿਟੀ ਤੋਂ ਪੜ੍ਹ ਕੇ ਤੇ ਇੱਥੇ ਹੀ ਕੰਮ ਕਰਨ ਲੱਗ ਪਏ ਸੀ। ਤੇ ਫਿਰ ਬੈਕ ਜਿੱਦਾਂ ਆਮ ਜਾਂਦੇ ਹੁੰਦੇ ਨੇ, ਵਿਆਹ ਕਰਾਉਣ ਗਏ ਹੋਏ ਸੀ ਤੇ ਉੱਥੇ ਕੁੜੀਆਂ ਹੀ ਦੇਖੀ ਜਾਂਦੇ ਸੀ ਇੱਕ ਸਾਥ, ਤੇ ਮੇਰੀ ਵਾਰੀ ਲੱਗ ਗਈ। ਸੋ ਇਜ਼ਨਟ ਦੈਟ ਫਨੀ? ਤੇ ਫਿਰ ਮੈਂ ਆਲਰੇਡੀ ਜੌਬ ਕਰਦੀ ਸਾਂ। ਕਹਿੰਦੇ ਤੂੰ ਛੁੱਟੀ ਲੈ ਕੇ ਇੱਕ ਵਾਰੀ ਚਲੀ ਚੱਲ, ਜੇ ਤੇਰਾ ਦਿਲ ਕੀਤਾ ਤੇ ਉੱਥੇ ਰਹਿ ਲਈ, ਨਾ ਦਿਲ ਕੀਤਾ ਤੇ ਵਾਪਸ ਆ ਜਾਈਂ ਆਪਣੀ ਜੌਬ ਤੇ, ਕਿਉਂਕਿ ਮੇਰੀ ਸੈਂਟਰਲ ਗਵਰਨਮੈਂਟ ਦੀ ਜੌਬ ਸੀ ਉੱਥੇ। ਤੇ ਮੈਨੂੰ ਕੰਮ ਕਰਦੀ ਨੂੰ 5 ਸਾਲ ਹੋ ਗਏ ਸੀ। ਮੈਂ ਖਬਰਾਂ ਪੜ੍ਹਦੀ ਸਾਂ ਰੋਜ਼ ਸ਼ਾਮ ਨੂੰ, ਪ੍ਰਾਦੇਸ਼ਿਕ ਸਮਾਚਾਰ। ਤੇ ਫਿਰ ਇੱਥੇ ਆ ਗਏ। ਬਸ ਇੱਥੇ ਆ ਕੇ ਤੁਹਾਨੂੰ ਪਤਾ ਜਦੋਂ ਫੈਮਿਲੀ 'ਚ ਤੁਸੀਂ ਆ ਜਾਂਦੇ ਆ, ਬੱਚੇ ਹੋ ਜਾਂਦੇ ਆ। ਸਾਡੇ 2 ਬੱਚੇ ਆ, ਬੇਟੀ ਤੇ ਬੇਟਾ। ਬੇਟੀ ਨੇ ਹੁਣੇ PhD ਫਿਨਿਸ਼ ਕੀਤੀ ਹੈ, ਸ਼ੀ ਇਜ਼ ਅ ਫਿਲਾਸਫੀ ਦੀ ਡਾਕਟਰ, ਤੇ ਬੇਟਾ ਗ੍ਰਾਫਿਕ ਡਿਜ਼ਾਈਨਰ। ਤੇ ਤੁਹਾਨੂੰ ਪਤਾ ਸੀਗਾ ਕਿ ਉਹ ਲੇਖਕ ਹਨ ਜਦ ਤੁਸੀਂ ਉਹਨਾਂ ਨੂੰ? ਹਾਂ, ਉਦੋਂ ਫਿਰ ਮਿਲੇ, ਉਦੋਂ ਪਤਾ ਲੱਗ ਗਿਆ, ਕਿਉਂਕਿ ਮੈਂ ਉਹਨਾਂ ਨੂੰ ਲੇਖਕ ਦਾ ਪਤਾ, ਉਹ ਵੀ ਲੇਖਕ ਦੀ ਕਦਰ ਕਰਦੇ ਸੀ। ਇਸ ਕਰਕੇ ਉਹ ਦੇਖ ਰਹੇ ਸੀ ਕੁੜੀ ਕੋਈ ਲਿਖਦੀ ਹੋਵੇ ਤਾਂ ਕਿ ਮੇਰਾ ਸਿਰ ਨਾ ਸਾਰਾ ਦਿਨ ਖਾਵੇ, ਆਪਣਾ ਬੈਠੀ ਲਿਖੀ ਜਾ ਕਰੇ। that's what it is, ਨਾ। ਤੇ ਪਰ ਐਨੀਵੇਜ਼ ਅਸੀਂ ਫਿਰ ਇੱਥੇ ਆ ਗਏ ਤੇ 74 'ਚ, ਕਿਉਂਕਿ ਮੈਂ ਉੱਥੋਂ ਆਲਰੇਡੀ ਮਾਸਟਰਸ ਐਮਏ ਕੀਤੀ ਸੀ ਮੇਰੀ ਇੰਗਲਿਸ਼ ਦੀ, ਤੇ ਇੱਥੇ ਆ ਕੇ ਮੈਨੂੰ ਕ੍ਰੀਏਟਿਵ ਰਾਈਟਿੰਗ ਦੇ ਵਿੱਚ UBC ਦੇ ਵਿੱਚ ਐਡਮਿਸ਼ਨ ਮਿਲ ਗਈ। ਮੈਂ ਕ੍ਰੀਏਟਿਵ ਰਾਈਟਿੰਗ ਦੀ ਮਾਸਟਰਸ ਵਿੱਚ ਦਾਖਲ ਲੈ ਕੇ ਤੇ ਆਪਣਾ ਲਿਖਣ ਵਾਲਾ ਕੰਮ ਸ਼ੁਰੂ ਕਰ ਲਿਆ। ਤੇ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਉੱਥੇ ਕੰਮ ਕਰਦੇ ਆ, ਜਿਹੜਾ ਪਹਿਲਾ ਇਹ ਮੈਗਜ਼ੀਨ ਕੰਟੈਂਪਰੇਰੀ ਲਿਟਰੇਚਰ ਐਂਡ ਟ੍ਰਾਂਸਲੇਸ਼ਨ ਸੀ। ਉਦੋਂ ਮੇਰੀ ਬੜੀ ਖੁਆਇਸ਼ ਸੀਗੀ ਕਿ ਪੰਜਾਬੀ ਲਿਟਰੇਚਰ ਜਿਹੜਾ ਸਾਡਾ ਇੰਨਾ ਲਿਖਿਆ ਜਾ ਰਿਹਾ ਦਾ, ਇੱਕ ਬੜਾ ਰਿਚ ਵਿਰਸਾ ਆ ਸਾਡੇ ਪੰਜਾਬੀ ਸਾਹਿਤ ਦਾ, ਆਪਣੇ ਪਹਿਲੋਂ ਵਾਰਾਂ ਦਾ, ਫਿਰ ਕਿੱਸਿਆਂ ਦਾ, ਫਿਰ ਭਾਈ ਵੀਰ ਸਿੰਘ ਤੋਂ ਲੈ ਕੇ ਜਿਹੜੀ 20th ਸੈਂਚੁਰੀ ਦੇ ਵਿੱਚ ਜਿੰਨੀ ਪੋਇਟਰੀ ਲਿਖੀ ਜਾ ਰਹੀ ਹੈ। ਤੇ ਮੇਰੀ ਬੜੀ ਇੱਛਾ ਸੀ ਕਿ ਮੈਂ ਪੰਜਾਬੀ ਲਿਟਰੇਚਰ ਨੂੰ ਇੱਧਰ ਇੰਟਰੋਡਿਊਸ ਕਰਾਵਾਂ। ਜਦੋਂ ਮੈਂ ਕ੍ਰੀਏਟਿਵ ਰਾਈਟਿੰਗ ਦੇ ਵਿੱਚ ਗਈ ਤੇ ਉੱਥੇ ਉਹਨਾਂ ਨੂੰ ਬਹੁਤਾ ਨਹੀਂ ਸੀ ਪਤਾ ਕਿ ਪੰਜਾਬੀ ਲਿਟਰੇਚਰ ਕਿੰਨਾ ਹੋ ਸਕਦਾ ਜਾਂ ਕਿਵੇਂ ਆ। ਫਿਰ ਮੈਂ, ਕਿਉਂਕਿ ਮੇਰੇ ਕੋਲ ਕੋਰਸਿਸ ਸੀਗੇ, ਟ੍ਰਾਂਸਲੇਸ਼ਨ ਦੇ ਕੋਰਸਿਸ ਸੀਗੇ, ਤੇ ਉਹਨਾਂ ਦੇ ਥਰੂ ਮੇਰੀ ਪੋਇਟਰੀ ਦਾ ਜਿਹੜਾ ਪ੍ਰੋਜੈਕਟ ਸੀ, ਫਿਰ ਮੈਂ ਇਹਦੇ ਵਿੱਚ ਕੰਟੈਂਪਰੇਰੀ ਲਿਟਰੇਚਰ ਐਂਡ ਟ੍ਰਾਂਸਲੇਸ਼ਨ ਦੇ ਵਿੱਚ
ਜਿਵੇਂ ਪ੍ਰੋਫੈਸਰ ਪੂਰਨ ਸਿੰਘ, ਅਮਰਤਾ ਪ੍ਰੀਤਮ, ਕਰਤਾਰ ਸਿੰਘ ਦੁੱਗਲ, ਇਸ ਤਰ੍ਹਾਂ ਦੇ ਸਾਰੇ ਉੱਥੋਂ ਦੇ ਪੰਜਾਬੀ ਦੇ ਇੰਡੀਆ ਤੋਂ। ਜਿਹੜੇ ਇੱਥੇ ਸੀ ਇੱਥੇ ਕੈਨੇਡਾ ਦੇ ਵਿੱਚ ਉਦੋਂ ਬਹੁਤ ਥੋੜ੍ਹੇ ਰਾਈਟਰ ਹੁੰਦੇ ਸੀਗੇ, ਪਰ ਜਿਹੜੇ ਸੀਗੇ ਉਹ ਵੀ ਮੈਂ ਇਹਨਾਂ 'ਚ ਸ਼ਾਮਲ ਕੀਤੇ ਨੇ, ਜਿਵੇਂ ਗੁਰਚਰਨ ਰਾਮਪੁਰੀ ਹੋਣੀ ਤੇ ਅਜਮੇਰ ਰੋਡੇ, ਰਵਿੰਦਰ ਰਵੀ, ਨਵਤੇਜ ਪਾਰਟੀ, ਇਹ ਸਾਰੇ ਇੱਥੋਂ ਦੇ ਸੀ। ਉਦੋਂ 4-5 ਰਾਈਟਰ ਹੁੰਦੇ ਸੀ ਇੱਥੇ ਕੰਟੈਂਪਰੇਰੀ ਸਾਡੇ ਕੋਲ। ਤੇ ਬਾਕੀ ਸੀਗੇ ਪਾਕਿਸਤਾਨ ਦੇ ਵੀ 1-2 ਹੈਗੇ ਨੇ ਇਹਦੇ ਵਿੱਚ, ਤੇ ਇੰਗਲੈਂਡ ਦੇ ਵੀ ਨੇ। ਤੇ ਤੁਸੀਂ ਜਦ ਇਹ ਛਾਪੀ ਤਾਂ ਤੁਸੀਂ UBC ਵਿੱਚ ਸੀਗੇ? ਮੈਂ UBC ਵਿੱਚ, ਇਹ 1977 ਦੇ ਵਿੱਚ ਛਪਿਆ ਸੀਗਾ ਐਜ਼ ਅ ਗੈਸਟ ਐਡੀਟਰ। ਮੈਨੂੰ ਇਹਦੇ ਜਿਹੜੇ ਐਡੀਟਰ ਸਨ ਐਂਡੀ ਸ਼ੋਇਡਰ, ਉਹਨਾਂ ਨੇ ਇਨਵਾਈਟ ਕੀਤਾ ਸੀਗਾ ਕਿ ਮੈਂ ਇਹਨੂੰ ਐਡਿਟ ਕਰਾਂ ਪੰਜਾਬੀ। ਇਹ ਸਪੈਸ਼ਲ ਅੰਕ ਆ ਪੰਜਾਬੀ ਦਾ, ਪਹਿਲੀ ਇੰਟਰੋਡਕਸ਼ਨ ਹੈ ਪੰਜਾਬੀ ਲਿਟਰੇਚਰ ਦੀ ਕੈਨੇਡਾ ਦੇ ਵਿੱਚ। ਤੇ ਇਹਦੀ ਜਿਹੜੀ ਇੰਟਰੋਡਕਸ਼ਨ ਉਹ ਵੀ ਇੰਗਲਿਸ਼ ਵਿੱਚ ਮੈਂ ਲਿਖੀ ਹੋਈ ਹੈ। ਉਹਦੇ ਵਿੱਚ ਸਾਰੀ ਹਿਸਟੋਰੀਕਲ ਪਰਸਪੈਕਟਿਵ ਲਿਖਿਆ ਹੋਇਆ, ਪੰਜਾਬੀ ਲਿਟਰੇਚਰ ਕਿੱਥੋਂ ਤੋਂ ਸ਼ੁਰੂ ਹੋਇਆ ਤੇ ਕਿਵੇਂ ਹੁਣ ਤੱਕ ਫਲਰਿਸ਼ ਹੋਇਆ। ਤੁਹਾਡੀ ਮਨਪਸੰਦ ਰਚਨਾ ਕਿਹੜੀ ਹੈ ਅਤੇ ਕਿਉਂ? ਮਨਪਸੰਦ ਰਚਨਾ, ਹਾਂਜੀ, ਪਹਿਲਾਂ ਪੋਇਟਰੀ ਦੀ ਗੱਲ ਕਰ ਲਈਏ ਫਿਰ ਕਹਾਣੀ। ਦੇਖੋ, ਜਿਹੜਾ ਲੇਖਕ ਹੁੰਦਾ ਨਾ, ਉਸਨੂੰ ਆਪਣੀ ਸਾਰੀਆਂ ਰਚਨਾ ਮਨਪਸੰਦ ਲੱਗਦੀਆਂ ਹੁੰਦੀਆਂ। ਸੋ ਹੁਣ ਇਹ ਆ ਵੀ ਕੋਈ ਵੀ ਕਵਿਤਾ ਲੈ ਕੇ ਮੈਥੋਂ ਪੜ੍ਹ ਦਿਆਂਗੇ ਤੇ ਸ਼ਾਇਦ ਤੁਹਾਨੂੰ ਲੱਗੇ ਮਨਪਸੰਦ ਹੈ। ਇੱਕ ਕਵਿਤਾ ਮੈਂ ਪੜ੍ਹਾਂਗੀ ਜਿਹੜੀ ਸ਼ਾਇਦ ਆਮ ਕਰਕੇ ਡਾਇਸਪੋਰਾ ਦੇ ਵਿੱਚ ਜਾਂ ਹੋਰ ਜਦੋਂ ਰਿਸਰਚ ਕਰਨ ਲੱਗਦੇ ਨੇ, ਉਹਦੇ ਵਿੱਚ ਇੱਕ ਇਹ ਚੀਜ਼ ਆਉਂਦੀ ਹੈ ਕਿ ਜਦੋਂ ਲੋਕ ਇੱਕ ਕੰਟਰੀ ਛੱਡ ਕੇ ਦੂਜੀ ਕੰਟਰੀ ਜਾਂਦੇ ਨੇ ਤੇ ਉਹ ਕਿਸ ਤਰ੍ਹਾਂ ਮਹਿਸੂਸ ਕਰਦੇ ਆ। ਤੇ ਉਹ ਕਵਿਤਾ ਉਦੋਂ ਉਹਨਾਂ ਦਿਨਾਂ ਦੀ ਗੱਲ ਹੈ, 70s ਦੇ ਵਿੱਚ, ਜਦੋਂ ਮੈਂ ਪੋਇਟਰੀ ਲਿਖ ਰਹੀ ਸਾਂ ਸੀ, ਉਹਦੇ ਵਿੱਚ ਇਹ ਕਵਿਤਾ ਲਿਖੀ ਗਈ ਸੀ ਕਿ ਜਿਹੜਾ ਰਾਈਟਰ ਹੈ ਜਾਂ ਇੱਕ ਇਨਸਾਨ ਹੈ, ਉਹ ਕਿਸ ਤਰ੍ਹਾਂ ਆਪਣੇ ਦੇਸ਼ ਨੂੰ ਛੱਡ ਕੇ ਤੇ ਇੱਥੇ ਆਉਂਦਾ ਹੈ ਤੇ ਕਿਸ ਤਰ੍ਹਾਂ ਉਹਨੂੰ ਭਟਕਣਾ ਪੈਂਦਾ ਹੈ, ਜਾਂ ਕਈ ਨਹੀਂ ਵੀ ਭਟਕਦੇ ਪਰ ਕਈ ਨੂੰ ਭਟਕਣਾ ਪੈਂਦਾ। ਜਿਹੜਾ ਸਿੰਬਲ ਹੈ ਇਹਦੇ ਵਿੱਚ ਉਹ ਹੈਗਾ ਮਹਾਤਮਾ ਬੁੱਧ ਦਾ, ਸਿਧਾਰਥ ਦਾ, ਕਿਉਂਕਿ ਉਹ ਮੈਨੂੰ ਲੱਗਾ, ਇਸ ਤਰ੍ਹਾਂ ਲੱਗਾ ਸੀ ਕਿ ਹਰ ਇਨਸਾਨ ਨੂੰ ਆ ਕੇ ਤਪੱਸਿਆ ਕਰਨੀ ਪੈਂਦੀ ਹੈ ਇੱਕ ਤਰ੍ਹਾਂ ਨਾਲ। ਉਹ ਉਹਦੇ ਵਿੱਚੋਂ ਦੀ ਗੁਜ਼ਰਦਾ ਤੇ ਫਿਰ ਉਹ ਆਪਣੇ ਪੈਰ ਜਮਾ ਸਕਦਾ ਹੈ। ਕਵਿਤਾ ਦਾ ਸਿਰਲੇਖ ਹੈ ਫਿਰ ਤੁਰਿਆ ਸਿਧਾਰਥ। ਇਹ ਮੇਰੀ ਕਾਫੀ, ਮੈਂ ਇਸ ਨੂੰ ਲਾਈਕ ਕਰਦੀ ਹਾਂ ਕਵਿਤਾ ਨੂੰ। ਇਹ ਟ੍ਰਾਂਸਲੇਟ ਵੀ ਹੋਈ ਹੈ, ਬਹੁਤ ਥਾਂ 'ਤੇ ਛਪ ਵੀ ਚੁੱਕੀ ਆ। ਇਸ ਤੋਂ ਬਾਅਦ ਜਿਹੜੀ ਕਿਤਾਬ ਸੀਗੀ ਸਪੀਕਿੰਗ ਟੂ ਦ ਵਿੰਡਸ, ਇਹ ਛਪੀ ਸੀ, ਇਹਦੇ ਵਿੱਚ ਵੀ ਛਪੀ ਆ ਇੰਗਲਿਸ਼ ਦੇ ਵਿੱਚ। ਜਿਹੜੇ ਪੰਜਾਬੀ ਉਦੋਂ ਹੁੰਦਾ ਸੀ ਕਿ ਪੰਜਾਬੀ ਬਹੁਤ ਘੱਟ ਲੋਕ ਪੜ੍ਹਦੇ ਸੀ ਤੇ ਨਾਲ ਫਿਰ ਅੰਗਰੇਜ਼ੀ 'ਚ ਵੀ ਛਾਪਦੇ ਸੀ ਉਹਨਾਂ ਵਾਸਤੇ, ਆਪਣੀ ਅਗਲੀ ਪੀੜ੍ਹੀ ਵਾਸਤੇ। ਇੱਕ ਕੰਸ ਪਰਮ ਨਿੱਕੀ ਤੇਰੀ ਗੁਫਾ ਵਿੱਚ ਛੱਡ ਚੱਲਿਆ ਹਾਂ, ਜੇ ਪੁੱਤਰ ਹੋਇਆ ਤਾਂ ਜ਼ਰੂਰੀ ਨਹੀਂ ਉਸ ਦਾ ਨਾਂ ਰਾਹੁਲ ਹੀ ਰੱਖਿਆ ਜਾਵੇ। ਬੀਰੂ ਤੀਰੂ ਕੁਝ ਵੀ ਰੱਖ ਦੇਵੀਂ, ਜੇ ਧੀ ਹੋਈ ਤਾਂ ਉਸਨੂੰ ਗਾਲ ਨਾ ਕੱਢੀ, ਕਰਮਾਂ ਵਾਲੀ ਕਹਿ ਛੱਡੀ। ਤੈਨੂੰ ਵੀ ਪਤਾ ਹੈ ਤੇ ਮੈਨੂੰ ਵੀ, ਰਾਤੀ ਅਸੀਂ ਚੁੱਲ੍ਹੇ ਅੱਗ ਨਹੀਂ ਸੀ ਪਾਈ, ਭੁੱਖੇ ਪੇਟ ਆਪਾਂ ਸੌਣ ਦਾ ਬਹਾਨਾ ਕਰਨ ਲੱਗ ਪਏ ਸਾਂ। ਹੁਣ ਚੰਦ ਦੀ ਚਾਨਣੀ ਤੇਰੇ ਨਿਰਦੋਸ਼ ਚਿਹਰੇ ਤੇ ਪੈ ਰਹੀ ਹੈ ਤੇ ਮੈਂ ਦੇਖਦਾ ਹਾਂ ਤੈਨੂੰ ਸੱਚਮੁੱਚ ਨੀਂਦ ਆ ਗਈ ਹੈ। ਮੈਂ ਆਪਣੇ ਅੰਦਰਲੇ ਸ਼ੋਰ ਤੋਂ ਡਰਦਾ ਚੁੱਪ ਟਿਕੀ ਰਾਤ ਵਿੱਚ ਤੇਰਾ ਮੱਥਾ ਚੁੰਮ ਤੁਰ ਜਾਣ ਲਈ ਉੱਠ ਖੜੋਤਾ ਹਾਂ। ਦੁਨੀਆ ਦੁੱਖਾਂ ਦਾ ਘਰ ਹੈ, ਇਸੇ ਦੀ ਕਿਸੇ ਨੁੱਕਰ ਵਿੱਚੋਂ ਸੁੱਖ ਭਾਲਣ ਚੱਲਿਆ ਹਾਂ। ਆਪਣਾ ਆਪਾ ਖੋਰ ਖੋਰ ਕੇ ਪੋਰ ਕੇ ਖਾਂਦੇ ਰਹਿ ਕੇ ਕਦ ਤੱਕ ਜੀ ਸਕਾਂਗੇ। ਮੈਂ ਸਿਧਾਰਥ ਜਿਹਾ ਪੈਰਾਂ ਨਾਲ ਬੰਨ ਸਫ਼ਰ ਇੱਕ ਵਾਰ ਫਿਰ ਸੁੱਤੀ ਗਰਭਵਤੀ ਨੂੰ ਛੱਡ ਤੁਰਿਆ ਹਾਂ। ਲਗਭਗ ਖਾਲੀ ਘਰ, ਜ਼ਮੀਨ ਤੇ ਘਰ, ਗਹਿਣੇ ਧਰ, ਆਪਣਤ ਭਰੀਆਂ ਗਲੀਆਂ ਜੂਹਾਂ, ਆਪਣਾ ਸ਼ਹਿਰ ਤੇ ਆਪਣਾ ਦੇਸ਼ ਤਿਆਗ, ਆਪਣੇ ਜਜ਼ਬਾਤ, ਆਪਣੀਆਂ ਖਾਸ਼ਾਂ ਇੱਛਾਵਾਂ ਤੋਂ ਸਵੈ ਇਨਕਾਰੀ ਹੋ ਰੋਟੀ ਦੀ ਤਲਾਸ਼ ਵਿੱਚ ਤੁਰ ਪਿਆ ਹਾਂ। ਭੁੱਖੇ ਪੇਟ ਨਾ ਹੁੰਦੀ ਭਗਤੀ, ਮੈਂ ਤਾਂ ਇਸ ਵਾਰ ਕੋਈ ਹੋਰ ਨਵੀਂ ਮੁਕਤੀ ਦਾ ਰਾਹ ਪਾਲਣ ਤੁਰ ਪਿਆ ਹਾਂ। ਫਿਰਦਾ ਫਿਰਾਂਦਾ ਹੁਣ ਮੈਂ ਉਸ ਜਗ੍ਹਾ ਪਹੁੰਚ ਗਿਆ ਹਾਂ ਜਿੱਥੇ ਮਾਇਆ ਸਰਬ ਦੁੱਖਾਂ ਦੀ ਇੱਕੋ ਇੱਕ ਦਵਾ ਹੈ। ਇੱਥੇ ਮੈਨੂੰ ਕੁਝ ਸਾਧੂ ਨੁਮਾ ਠੇਕੇਦਾਰ ਮਿਲੇ ਨੇ, ਹਰ ਰੋਜ਼ ਜੋ ਦੱਸਦੇ ਮੈਨੂੰ ਤੇ ਮੇਰੇ ਵਰਗੇ ਭਟਕਦੇ ਕਈ ਹੋਰ ਸਿਧਾਰਥਾਂ ਨੂੰ ਮਨ ਦੀ ਸ਼ਾਂਤੀ, ਆਤਮਾ ਦੀ ਸ਼ੁੱਧੀ ਦਾ ਰਾਜ਼, ਅਤੇ ਬੰਦ ਗੱਡੀਆਂ ਵਿੱਚ ਲੱਦ ਕੇ ਸਾਨੂੰ ਚੈਰੀਆਂ ਤੇ ਬਿਆਰੀਆਂ ਦੇ ਖੇਤਾਂ ਵਿੱਚ ਜਾ ਦਿੰਦੇ ਉਤਾਰ। ਮਸ਼ੀਨਾਂ ਵਾਂਗੂ ਚਲਾ ਕੇ 8-10 ਘੰਟੇ ਸਾਨੂੰ ਬੰਦ ਗੱਡੀਆਂ ਵਿੱਚ ਕਰੋ ਕਰੀ ਫਿਰ ਜਾਂਦੇ ਉਤਾਰ। ਪੂਰੇ ਦਿਨ ਢਲੇ ਥੱਕ ਟੁੱਟ ਕੇ ਚੂਰ ਚੂਰ ਹੋ ਆਪਣੇ ਕਮਰੇ ਦੀ ਚੌਥੀ ਨੁੱਕਰ ਵਿੱਚ ਵੜ ਕੇ ਸੋਮਰਸ ਤੇ ਕਈ ਕੁੱਟ ਸੰਗ ਉਤਾਰ ਲੈਂਦਾ ਹਾਂ ਤੇ ਹਰ ਰੋਜ਼ ਯਤਨ ਕਰਦਾ ਹਾਂ ਇਹਨਾਂ ਦੁੱਖ ਦੀਆਂ ਉਂਗਲਾਂ ਨਾਲ ਲਿਖਾਂ ਤੈਨੂੰ ਇੱਕ ਲੰਮਾ ਸਾਰਾ ਖਤ ਤੇ ਦੱਸਾਂ ਕਿੰਜ ਆਤਮਕ ਜਾਗਤੀ ਦਾ ਭੇਦ ਪਾ ਲਿਆ ਹੈ। ਭੁੱਖ
ਦੇ ਦੁੱਖ ਤੋਂ ਮੁਕਤੀ ਦਾ ਰਾਹ ਪਾ ਲਿਆ ਹੈ। ਮੈਂ ਛੇਤੀ ਹੀ ਜਾਂ ਤਾਂ ਸਣੇ ਚੌਖੀ ਮਾਇਆ ਆਵਾਂਗਾ, ਮੈਂ ਛੇਤੀ ਹੀ ਜਾਂ ਤਾਂ ਸਣੇ ਚੌਖੀ ਮਾਇਆ ਪਰਤ ਆਵਾਂਗਾ, ਜਾਂ ਤੇਰੀ ਅਰਜ਼ੀ ਭਰ ਦਿਆਂਗਾ, ਤਾਂ ਜੋ ਤੂੰ ਆਪਣੀ ਅੱਖੀਂ ਆ ਕੇ ਦੇਖ ਸਕੇ ਉਹ ਪਵਿੱਤਰ ਬਿਰਛ ਜਿਸ ਦੇ ਨੋਟ ਪੱਤਰਾਂ ਦੀ ਠੰਡੀ ਛਾਂ ਹੇਠ ਤਪ ਕਰਕੇ ਭਾਵ ਰਹਿਤ ਮਸ਼ੀਨ ਦਾ ਇੱਕ ਪੁਰਜ਼ਾ ਬਣ ਕੇ ਮੈਂ ਸਿਧਾਰਥ ਤੋਂ ਬੁੱਧ ਬਣ ਗਿਆ ਹਾਂ। ਮੇਰੇ ਅੰਦਰ ਕਦੀ ਸੀ ਜਿਉਂਦਾ ਇੱਕ ਕਲਾਕਾਰ, ਕਦੋਂ ਦਾ ਉਹ ਤਾਂ ਮਰ ਚੁੱਕਾ ਹੈ। ਹੁਣ ਤਾਂ ਇਹ ਸਰੀਰ ਢੋਰਾਂ ਦੀ ਸ਼੍ਰੇਣੀ ਜਾ ਰਿਹਾ ਹੈ। ਮੁਕਤੀ ਤੇ ਆਤਮਿਕ ਸ਼ੁੱਧੀ ਪਾਲਦਾ ਭਟਕਦਾ ਜਿਸ ਟਹਿਣੇ ਨੂੰ ਫੜ ਦੁਨੀਆ ਰੌਸ਼ਨ ਕਰਨ ਨਿਕਲ ਤੁਰਿਆ ਸਾਂ, ਉਸ ਪਿੰਜਰ ਹੋ ਗਏ ਸਰੀਰ ਨੂੰ ਰੋਟੀ ਪ੍ਰਦਾਨ ਨਹੀਂ ਸੀ ਕੀਤੀ। ਯੁੱਗ ਦਰ ਯੁੱਗ ਇਸ ਸ਼ਰਮਿੰਦਗੀ ਦਾ ਬੋਝ ਉਠਾ ਕੇ ਤੁਰਿਆ ਹਾਂ, ਪਰ ਅੱਜ ਮੈਂ ਬੜੀ ਤਚਿੱਤੀ ਵਿੱਚ ਹਾਂ। ਜਿਸ ਮਾਇਆ ਨੂੰ ਤਿਆਗ ਤਪ ਕਰਨ ਨਿਕਲ ਗਿਆ ਸਾਂ, ਉਸੇ ਨੂੰ ਅੱਜ ਲੈ ਕਲਾਵੇ ਘਰ ਨੂੰ ਪਰਤ ਰਿਹਾ ਹਾਂ। ਮੁਕਤੀ ਦੇ ਇਸ ਨਵੇਂ ਮਾਰਗ ਦਾ ਹੁਣ ਪ੍ਰਚਾਰ ਕਰਨ ਲਈ ਜਾਵਾਂ ਕਿ ਨਾ ਜਾਵਾਂ, ਸੋਚ ਰਿਹਾ ਹਾਂ, ਬਸ ਸੋਚ ਰਿਹਾ ਹਾਂ। ਜਿਵੇਂ ਤੁਸੀਂ ਇਸ ਬਾਰੇ ਗੱਲ ਕੀਤੀ ਕਿ ਇੱਕ ਤਪੱਸਿਆ ਬਾਰੇ ਹੈ, ਤੁਸੀਂ ਵੀ ਇੰਡੀਆ ਤੋਂ ਇੱਥੇ ਆਏ ਸੀ ਆਪਣੀ ਨੌਕਰੀ ਛੱਡ ਕੇ, ਕਿ ਤੁਹਾਨੂੰ ਵੀ ਇਹ ਜੀ ਕੋਈ ਤਪੱਸਿਆ ਕਰਨੀ ਪਈ, ਚਾਹੇ ਆਰਥਿਕ ਰੂਪ 'ਚ ਨਹੀਂ ਪਰ ਆਰਥਿਕ ਰੂਪ 'ਚ ਵੀ ਕਰਨੀ ਪੈਂਦੀ ਹੈ ਹਰ ਇੱਕ ਇਨਸਾਨ ਨੂੰ ਇੱਥੇ ਆ ਕੇ। ਤੇ ਇੱਥੇ ਆ ਕੇ ਜਦੋਂ ਤੁਸੀਂ ਐਡਜਸਟ ਹੁੰਦੇ ਆ ਨਵੇਂ ਸਮਾਜ ਵਿੱਚ, ਨਵੇਂ ਕਲਚਰ ਵਿੱਚ, ਉਦੋਂ ਵੀ ਤਕਲੀਫਾਂ ਮੁਸ਼ਕਲਾਂ ਆਉਂਦੀਆਂ ਨੇ। ਸੋ ਇਹ ਠੀਕ ਹੈ ਕਿ ਮੈਂ ਪੜ੍ਹੀ ਲਿਖੀ ਆਈ ਸਾਂ, ਇਹ ਠੀਕ ਹੈ ਕਿ ਮੈਂ ਜਾ ਕੇ ਲੱਭ ਸਕਦੀ ਸਾਂ, ਚੀਜ਼ਾਂ ਦੇਖ ਸਕਦੀ ਸਾਂ, ਯੂਨੀਵਰਸਿਟੀ ਜਾ ਸਕਦੀ ਸਾਂ, ਪਰ ਮੇਰੇ ਨਾਲ ਕਈ ਐਸੀਆਂ ਹੋਰ ਵੀ ਔਰਤਾਂ ਸਨ ਜਿਹੜੀਆਂ ਕਿ ਨਹੀਂ ਕਰ ਸਕਦੀਆਂ ਸਨ ਜਾਂ ਨਹੀਂ ਜਾ ਸਕਦੀਆਂ ਸਨ। ਸੋ ਇਸ ਕਰਕੇ ਸ਼ੁਰੂ ਦੇ ਸਾਲਾਂ ਦੇ ਵਿੱਚ ਮੇਰੇ ਹਸਬੈਂਡ ਅਜਮੇਰ ਹੁਣਾਂ ਨੂੰ ਇੰਜੀਨੀਅਰ ਦੀ ਜੌਬ ਮਿਲ ਗਈ ਸੀਗੀ, ਤੇ ਅਸੀਂ ਛੋਟੇ ਜਿਹੇ ਘਰ 'ਚ ਰਹਿੰਦੇ ਸਾਂ ਵੈਨਕੂਵਰ ਦੇ ਵਿੱਚ, ਤੇ ਸਾਡਾ ਗੁਜ਼ਾਰਾ ਹੋ ਰਿਹਾ ਸੀਗਾ। ਮੈਂ ਯੂਨੀਵਰਸਿਟੀ ਜਾਂਦੀ ਹੁੰਦੀ ਸਾਂ, ਪਰ ਮੁਸ਼ਕਲਾਂ ਜਿਹੜੀਆਂ ਸੀ ਫਿਰ ਜਦ ਮੈਂ ਦੇਖਿਆ ਕਿ ਆਸ-ਪਾਸ ਬੜੀਆਂ ਮੁਸ਼ਕਲਾਂ ਸਨ। ਸੋ ਆਸ-ਪਾਸ ਦੀਆਂ ਮੁਸ਼ਕਲਾਂ ਨੇ ਮੈਨੂੰ ਵੀ ਮੇਰੇ ਅਹਿਸਾਸ ਨੂੰ ਟੁੰਬਿਆ ਕਿ ਮੇਰੇ ਨਾਲ ਦੀਆਂ ਜਿਹੜੀਆਂ ਔਰਤਾਂ ਨੇ ਜਾਂ ਹੋਰ ਆ, ਉਹਨਾਂ ਨੂੰ ਵੀ ਕੁਝ ਚਾਹੀਦਾ। ਜੇ ਮੇਰੇ ਕੋਲ ਸਕਿੱਲਸ ਹੈਗੇ ਤਾਂ ਮੈਂ ਕਿਉਂ ਨਾ ਆਪਣੀ ਸਕਿੱਲ ਜਾਂ ਆਪਣਾ ਨੌਲੇਜ ਉਹਨਾਂ ਤੱਕ ਪਾਸ ਔਨ ਕਰਾਂ। ਫਿਰ ਮੈਂ ਕਾਫੀ ਸਾਲ ਵਲੰਟੀਅਰ ਕੰਮ ਕੀਤਾ ਆਪਣੀਆਂ ਔਰਤਾਂ ਦੇ ਨਾਲ ਕਮਿਊਨਿਟੀ ਦੇ ਵਿੱਚ, ਤੇ ਸਪੈਸ਼ਲੀ ਜਿਹੜੀ ਪਤਾ ਲੱਗਾ ਕਿ ਕਮਿਊਨਿਟੀ ਦੇ ਵਿੱਚ ਵਾਇਲੈਂਸ ਬਹੁਤ ਸੀਗਾ, ਘਰਾਂ ਦੇ ਵਿੱਚ ਤਸ਼ੱਦਦ ਹੋ ਰਿਹਾ ਸੀ, ਔਰ ਉਦੋਂ ਅਜੇ ਖਬਰਾਂ ਘੱਟ ਆਉਂਦੀਆਂ ਨਹੀਂ ਸੀ ਅਖਬਾਰਾਂ ਦੇ ਵਿੱਚ, ਪਰ ਉਹੀ ਘਰਾਂ ਤੋਂ ਲੋਕਾਂ ਤੋਂ ਪਤਾ ਲੱਗ ਜਾਂਦਾ ਹੁੰਦਾ ਸੀ। ਤੇ ਫਿਰ ਮੈਂ ਕਮਿਊਨਿਟੀ ਦੇ ਵਿੱਚ ਨੌਲੇਜ ਲੈਣ ਵਾਸਤੇ ਇਸ ਬਾਰੇ ਵੀ ਕੀ ਕੀਤਾ ਜਾ ਸਕਦਾ ਹੈ ਕਮਿਊਨਿਟੀ ਦੇ ਵਿੱਚ। ਜਦੋਂ ਮੈਂ ਆਪਣੇ ਰਿਸ਼ਤੇਦਾਰਾਂ ਜਾਂ ਘਰ ਬੈਠ ਕੇ ਗੱਲ ਕੀਤੀ ਸੀ, ਤੇ ਉਹ ਕਹਿੰਦੇ ਸੀ ਤੂੰ ਕਿਹਨੂੰ ਜਾ ਕੇ ਮਦਦ ਕਰੇਗੀ, ਇੱਥੇ ਕੋਈ ਨਹੀਂ ਕਿਸੇ ਨੇ ਸੁਣਨੀ ਤੇਰੀ ਗੱਲ। ਮੈਂ ਕਿਹਾ ਜੇ ਮੈਂ ਲਾਈਫ ਦੇ ਵਿੱਚ ਸਾਲ ਦੇ ਵਿੱਚ ਇੱਕ ਔਰਤ ਦੀ ਵੀ ਮਦਦ ਕਰਦੇ ਹਾਂ, ਤੇ ਮੇਰੇ ਖਿਆਲ ਹੈ ਕਿ ਅਸੀਂ ਕੁਛ ਨਾ ਕੁਛ ਕਮਿਊਨਿਟੀ ਵਿੱਚ ਕੰਟਰੀਬਿਊਟ ਕਰ ਰਹੇ ਹੁੰਦੇ ਹਾਂ। ਫਿਰ ਮੈਂ ਉਹਦੇ ਬਾਰੇ ਪੜ੍ਹਿਆ, ਨੌਲੇਜ ਲਿਆ, ਦੇਖਿਆ ਕਿ ਇੱਥੇ ਕਿਹੜੀ ਸਰਵਿਸਿਜ਼ ਅਵੇਲੇਬਲ ਨੇ। ਤੇ ਉਦੋਂ ਵੈਨਕੂਵਰ ਦੇ ਵਿੱਚ ਬੈਟਰ ਵੂਮਨ ਸਪੋਰਟਸ ਸਰਵਿਸਿਜ਼ ਦੇ ਗਰੁੱਪ ਚੱਲਦੇ ਹੁੰਦੇ ਸੀਗੇ। ਮੈਂ ਉਹਨਾਂ ਦੀ ਟ੍ਰੇਨਿੰਗ ਲੈ ਕੇ ਤੇ ਫਿਰ ਉਹ ਜਿਹੜੀਆਂ ਆਪਣੀ ਔਰਤਾਂ ਨੂੰ ਲੋੜ ਹੁੰਦੀ ਸੀ ਉਹ ਗਰੁੱਪ ਸ਼ੁਰੂ ਕਰ ਦਿੱਤੇ। ਸੋ ਕਮਿਊਨਿਟੀ ਵਰਕ ਵਲੰਟੀਅਰ ਤੌਰ ਤੇ ਬੜੇ ਸਾਲ ਮੈਂ ਕੀਤਾ ਆਪਣੀ ਕਮਿਊਨਿਟੀ ਵਾਸਤੇ, ਆਪਣੀਆਂ ਔਰਤਾਂ ਵਾਸਤੇ। ਤੇ ਮੇਰਾ ਜੋ ਰਾਈਟਿੰਗ ਦੀ, ਜਿਵੇਂ ਤੁਸੀਂ ਸੁਣਿਆ ਹੀ ਹੈ, ਇਹਦੇ ਵਿੱਚੋਂ ਔਰਤਾਂ ਬਾਰੇ ਕਵਿਤਾ ਦੀ ਕਹਾਣੀਆਂ ਪੜ੍ਹਦੇ ਹਾਂ, ਉੱਥੇ ਤੁਹਾਨੂੰ ਮੇਲੋ ਦੀ ਕਹਾਣੀ ਪੜ੍ਹੀ ਹੋਣੀ ਆ। ਹੋਰ ਵੀ ਫੋਕਸ ਜਿਹੜਾ ਹੈ ਉਹ ਵਿਮਨ ਦੇ ਉੱਤੇ ਹੁੰਦਾ ਹੈ। ਜਿਵੇਂ ਤੁਸੀਂ ਦੱਸਿਆ ਕਿ ਤੁਹਾਡਾ ਫੋਕਸ ਔਰਤਾਂ ਦੇ ਉੱਤੇ ਹੁੰਦਾ ਹੈ, ਕੀ ਤੁਹਾਨੂੰ ਲੱਗਦਾ ਹੈ ਕਿ ਔਰਤ ਹੋਣ ਕਾਰਨ ਤੁਹਾਡੇ ਜੀਵਨ ਵਿੱਚ ਕੋਈ ਰੁਕਾਵਟਾਂ ਆਈਆਂ ਹਨ? ਮੇਰੇ ਜੀਵਨ ਵਿੱਚ ਰੁਕਾਵਟਾਂ ਤਾਂ ਬਹੁਤ ਆਈਆਂ ਨੇ, ਪਰ ਤੁਸੀਂ ਜਦੋਂ ਪੜ੍ਹੇ ਲਿਖੇ ਹੁੰਦੇ, ਇੰਟੈਲੀਜੈਂਟ ਹੁੰਦੇ ਆ, ਕੰਮ ਕਰ ਸਕਦੇ ਆ, ਉਦੋਂ ਤੁਸੀਂ ਉਹਦੇ ਨਾਲ ਤੁਸੀਂ ਲੌਜੀਕਲੀ ਨਜਿੱਠ ਵੀ ਲੈਂਦੇ ਆ, ਔਰ ਉਸ ਨੂੰ ਬਰਦਾਸ਼ਤ ਵੀ ਕਰ ਲੈਂਦੇ ਆ, ਔਰ ਉਸ ਨੂੰ ਕਹਿ ਦਿੰਦੇ ਆ ਕਿ ਕਿਉਂਕਿ ਰੈਸ਼ਨਲਾਈਜ਼ ਕਰ ਦਿੰਦੇ ਆ ਕਿ ਸਾਡੀ ਕਲਚਰ 'ਚ, ਸਾਡੀ ਕਮਿਊਨਿਟੀ 'ਚ ਅਜੇ ਇੰਨੀ ਅਵੇਅਰਨੈਸ ਨਹੀਂ ਆਈ ਕਿ ਉਹ ਔਰਤ ਨੂੰ ਬਰਾਬਰ ਦਾ ਦਰਜਾ ਦੇਣ। ਹਾਲਾਂਕਿ ਮੇਰੇ 'ਚ ਕੋਈ ਕਮੀ ਨਹੀਂ ਕਿ ਮੈਂ ਪੜ੍ਹੀ ਲਿਖੀ ਵੀ ਹਾਂ, ਸਾਰਾ ਕੁਛ, ਪਰ ਮੈਂ ਦੇਖਦੀ ਹਾਂ ਕਿ ਜਦੋਂ ਤੁਸੀਂ ਰਾਈਟਰਾਂ 'ਚ ਈਵਨ ਬੈਠੇ ਹੁੰਦੇ ਆ, ਮੀਟਿੰਗਾਂ 'ਚ ਜਾਂਦੇ ਆ, ਉਹ ਤੁਹਾਨੂੰ ਬਰਾਬਰ ਨਹੀਂ ਸਮਝਦੇ। ਉਹ ਸਮਝਦੇ ਨੇ ਕਿ ਇੰਟੈਲੀਜੈਂਟ ਦੇ ਤੌਰ 'ਤੇ ਵੀ ਘੱਟ ਹੈ, ਉਸ ਤਰ੍ਹਾਂ ਵੀ ਘੱਟ ਹੈ, ਜਾਂ ਤੁਹਾਨੂੰ ਕਈ ਵਾਰੀ ਹੁੰਦਾ ਵੀ ਜਦੋਂ ਡਿਸਕਸ਼ਨ ਚੱਲ ਰਹੀ ਤੁਹਾਨੂੰ ਬੋਲਣ ਦਾ ਟਾਈਮ ਨਹੀਂ ਦੇਣਗੇ, ਜਾਂ ਤੁਹਾਡੀ ਗੱਲ ਨੂੰ ਘੱਟ ਕਰ ਦੇਣਗੇ, ਜਾਂ ਉਹਨੂੰ ਵੈਲਿਊ ਨਹੀਂ ਉਸ ਤਰ੍ਹਾਂ ਪਾ ਰਹੇ ਹਨ ਹੁੰਦੇ ਨੇ। ਸੋ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ ਨਹੀਂ ਨੇ, ਕੋਈ ਗੱਲ ਨਹੀਂ ਗੀ, ਪਰ ਤੁਹਾਨੂੰ ਸਟਰਗਲ ਕਰਨੀ ਪੈਂਦੀ ਹੈ। ਸਟਰਗਲ ਦੇ ਵਿੱਚ ਤੁਸੀਂ ਆਪਣਾ ਰਸਤਾ ਬਣਾਉਂਦੇ ਆ। ਤੁਸੀਂ ਫਿਰ ਇਹਨਾਂ ਮੁਸ਼ਕਲਾਂ ਦਾ ਕਿਵੇਂ ਸਾਹਮਣਾ ਕੀਤਾ? ਹੁਣ ਤੱਕ ਕਰਦੀ ਆ ਰਹੀ ਵੈਸੇ। ਇਹ ਮੁਸ਼ਕਲਾਂ ਤੇ ਮੇਰੇ ਖਿਆਲ ਸਾਰੀਆਂ ਔਰਤਾਂ ਨੂੰ ਆਉਂਦੀਆਂ ਨੇ, ਘਰਾਂ ਵਿੱਚ ਵੀ, ਬਾਹਰ ਵੀ,
ਫੈਮਲੀਆਂ ਦੇ ਵਿੱਚ ਵੀ ਹੈ ਨਾ। ਪਰ ਆਈ ਥਿੰਕ ਆਈ ਡੂ ਦਾ ਪ੍ਰੋਸੈਸ ਹੈ ਨਾ, ਮੈਂ ਆਪਣਾ ਪ੍ਰੋਸੈਸ ਕਰਦੀ ਹਾਂ ਨਾ ਵੀ ਉਹਨੂੰ ਰੈਸ਼ਨਲਾਈਜ਼ ਕਰਨਾ ਬਹੁਤ ਜ਼ਰੂਰੀ ਹੁੰਦਾ। ਜੋ ਰੈਸ਼ਨਲਾਈਜ਼ ਕਰ ਦਿੰਦੇ ਹਾਂ ਤੇ ਫਿਰ ਉਹਦੇ 'ਚ ਆਪਾਂ ਇਹ ਦੇਖਦੇ ਹਾਂ ਇਸ ਇਨਸਾਨ ਦਾ ਵੀ ਇੰਨਾ ਕਸੂਰ ਨਹੀਂ ਹੁੰਦਾ, ਕਿਉਂਕਿ ਉਹਦਾ ਉਹ ਲਰਨਡ ਬਿਹੇਵੀਅਰ ਹੁੰਦਾ, ਸਿੱਖਿਆ ਹੋਇਆ। ਉਹਨੇ ਕਲਚਰ ਤੋਂ, ਸਮਾਜ ਤੋਂ, ਲੋਕਾਂ ਨੂੰ ਜਿੱਦਾਂ ਬਿਹੇਵ ਕਰਦਿਆਂ ਦੇਖਿਆ ਆ, ਉੱਦਾਂ ਹੀ ਉਹ ਅੱਗੋਂ ਬਿਹੇਵ ਕਰਦਾ ਹੈ। ਤੇ ਉਹਦੇ ਨਾਲ ਫਿਰ ਤੁਸੀਂ ਗੱਲ ਕਰ ਸਕਦੇ ਆ ਕਿ ਇਹ ਤੂੰ ਇਹ ਇਨਸਾਨ ਨਹੀਂਗਾ, ਤੂੰ ਇਦਾਂ ਨਹੀਂ ਕਰਨਾ ਚਾਹੁੰਦਾ ਸੀਗਾ, ਪਰ ਤੂੰ ਇਸ ਤਰ੍ਹਾਂ ਕਰ ਰਿਹਾ ਕਿਉਂਕਿ ਤੂੰ ਇਦਾਂ ਸਿੱਖਿਆ ਹੋਇਆ। ਤੇ ਉਸ ਨੂੰ ਆਪਾਂ ਜਿੰਨਾ ਕੁ ਹੋ ਸਕਦਾ ਉਹਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਾਂ। ਦੁਬਾਰਾ ਤੁਹਾਡੀ ਰਚਨਾਵਾਂ ਤੇ ਆਉਂਦੇ ਹੋਏ, ਪਰ ਮੈਂ ਇੱਕ ਗੱਲ ਇਹਦੇ 'ਚ ਕਹਿਣਾ ਚਾਹੁੰਦੀ ਹਾਂ, ਆਪਾਂ ਦੂਸਰੇ ਨੂੰ ਨਹੀਂ ਬਦਲ ਸਕਦੇ, ਅਸੀਂ ਆਪਣੇ ਆਪ ਨੂੰ ਬਦਲਨੇ ਆ। ਹਾਂਜੀ, ਬਦਲ ਸਕਦੇ ਹਾਂ। ਇਸ ਕਰਕੇ ਮੈਂ ਨਾਲ ਦੇ ਨਾਲ ਆਪਣੇ ਆਪ ਨੂੰ ਬਦਲ ਦਿੱਤੀ ਆਪਣੇ ਆਪ ਨੂੰ ਬਦਲਣ ਉੱਤੇ ਮੇਰਾ ਇੱਕ ਸਵਾਲ ਹੈਗਾ। ਤੁਸੀਂ ਇੰਨੀ ਸਾਰੀ ਰਚਨਾਵਾਂ ਲਿਖੀਆਂ ਹਨ ਅਤੇ ਤੁਸੀਂ ਦੇਖਿਆ ਹੋਣਾ ਹੈ ਕਿ ਤੁਹਾਡੀ ਰਾਈਟਿੰਗ ਵਿੱਚ, ਤੁਹਾਡੇ ਲਿਖਣ ਦੇ ਢੰਗ ਵਿੱਚ ਸੁਧਾਰਨ ਆਇਆ। ਤੁਸੀਂ ਕਿਵੇਂ ਆਪਣੇ ਢੰਗ ਨੂੰ ਸੁਧਾਰਿਆ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਤਬਦੀਲੀ ਹੈ ਜਦ ਤੁਸੀਂ ਪਹਿਲਾਂ ਲਿਖਣਾ ਸ਼ੁਰੂ ਕੀਤਾ ਤੇ ਹੁਣ ਤੁਸੀਂ ਜਿਹੜੀਆਂ ਰਚਨਾਵਾਂ ਲਿਖਦੇ ਹੋ ਉਹ ਤੁਸੀਂ? ਆਈ ਥਿੰਕ ਕੁਐਸਚਨ ਬੜਾ ਜ਼ਰੂਰੀ ਵੀ ਹੈ, ਇੰਪੋਰਟੈਂਟ ਵੀ ਹੈ। ਪਰ ਜਿਹੜਾ ਇੱਕ ਰਾਈਟਰ ਦਾ ਇੱਕ ਸਫ਼ਰ ਹੁੰਦਾ ਹੈ ਨਾ, ਜਿੱਥੋਂ ਤੁਰਿਆ ਹੁੰਦਾ ਤੇ ਉਹ ਕਈ ਸਾਲਾਂ ਪਿੱਛੋਂ ਦੇਖਦਾ ਕਿ ਮੈਂ ਕਿੱਥੇ ਪਹੁੰਚ ਗਿਆ, ਇਹ ਹੁੰਦਾ ਹੈ ਨਾ। ਤੇ ਜਦੋਂ ਹੁਣ ਸ਼ੁਰੂ ਦੀ ਰਚਨਾ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਮੇਰੀ ਪਹਿਲੀ ਪੁਸਤਕ ਹੈ ਪਾਉਣਾ ਨਾਲ ਗੁਫ਼ਤਗੂ, ਕੁਝ ਕਵਿਤਾਵਾਂ ਇਹਦੇ 'ਚ ਹੈਗੀਆਂ ਨੇ ਜਿਹੜੀਆਂ ਮੈਂ ਸੋਚਦੀ ਹਾਂ ਕਿ ਜੇ ਮੈਂ ਅੱਜ ਲਿਖਾਂ ਤਾਂ ਸ਼ਾਇਦ ਵਧੀਆ ਲਿਖ ਸਕਦੀ ਹਾਂ। ਪਰ ਜਿਸ ਤਰ੍ਹਾਂ ਹੁਣ ਮੈਂ ਤੁਹਾਨੂੰ ਇੱਕ ਪੜ੍ਹ ਕੇ ਸੁਣਾਈ ਹੈ, ਫਿਰ ਤੁਰਿਆ ਸਿਧਾਰਥ, ਹੈ ਨਾ, ਇਹ ਕਵਿਤਾ ਉਦੋਂ ਵੀ ਮੈਚਿਓਰ ਸੀਗੀ, ਜਿਸ ਨੂੰ ਇਸ ਕਵਿਤਾ ਨੂੰ ਮੈਚਿਓਰ ਕਰਕੇ ਉਹਨਾਂ ਨੇ, ਲੋਕਾਂ ਨੇ ਜਾਂ ਰਾਈਟਰ ਨੇ, ਕ੍ਰਿਟਿਕਸ ਨੇ ਇਸ ਨੂੰ ਪੜ੍ਹਿਆ ਸੀ, ਸਮਝਿਆ ਸੀ। ਕਈਆਂ ਨੇ ਤੇ ਇਹ ਵੀ ਕਿਹਾ ਸੀਗਾ ਕਿ ਸੁਰਜੀਤ ਦੀ ਕਵਿਤਾ ਬੜੀ ਔਖੀ ਹੈ ਉਦੋਂ ਉਹਨਾਂ ਦਿਨਾਂ ਦੇ ਵਿੱਚ, ਨਾ। ਤੇ ਪਰ ਮੈਂ ਫਿਰ ਸੌਖੀ ਕਰਕੇ ਲਿਖਣੀ ਸ਼ੁਰੂ ਕੀਤੀ ਉਸ ਤੋਂ ਬਾਅਦ। ਪਰ ਇਹਦੇ ਵਿੱਚ ਬੜੀਆਂ ਸੌਖੀਆਂ ਕਵਿਤਾਵਾਂ ਵੀ ਨੇ। ਔਰ ਜਿਵੇਂ ਛੋਟੀ ਜਿਹੀ ਕਵਿਤਾ ਮੈਂ ਤੁਹਾਨੂੰ ਸਾਂਝੀ ਕਰਦੀ ਹਾਂ, ਕਿਉਂਕਿ ਜਿਹੜੀਆਂ ਛੋਟੀਆਂ ਛੋਟੀਆਂ ਉਦੋਂ ਦੀਆਂ ਕਵਿਤਾਵਾਂ ਸੀਗੀਆਂ ਨਾ, ਉਹਨਾਂ ਨੂੰ ਜਿਵੇਂ ਅੱਜ ਲਿਖਾਂ ਤਾਂ ਸ਼ਾਇਦ ਵਿਸਥਾਰ 'ਚ ਜਾਂ ਵੱਡੇ ਤਰੀਕੇ ਨਾਲ ਲਿਖ ਸਕਦੀ ਹਾਂ। ਪਰ ਮੇਰਾ ਫੋਕਸ ਜਿਹੜਾ ਹਮੇਸ਼ਾ ਜਾਂ ਵਿਸ਼ਾ ਕਹਿ ਲਓ ਜਾਂ ਥੀਮ ਮੇਰੀ ਜਿਹੜੀ ਹੈ ਵਿਮਨ 'ਤੇ ਰਹੀ ਹੈ ਹਮੇਸ਼ਾ। ਜਿਵੇਂ ਹੁਣ ਇੱਕ ਕਵਿਤਾ ਸੀ ਬਿਨ ਚਿਹਰੇ, ਵੀ ਔਰਤ ਉੱਤੇ ਫੋਕਸ ਹੈ ਵੀ ਜਿਹਦਾ ਚਿਹਰਾ ਕੋਈ ਨਹੀਂ। ਹਵਾ ਜਨਮੀ ਸੀ ਤਾਂ ਉਹਦੇ ਧੜ ਉੱਤੇ ਚਿਹਰਾ ਮੌਜੂਦ ਸੀ। ਹਵਾ ਤੇ ਬਾਬਾ ਆਦਮ ਦੀ ਸਟੋਰੀ ਤਾਂ ਤੁਹਾਨੂੰ ਪਤਾ ਹੋਣਾ ਕਿ ਨਹੀਂ, ਜਿੱਥੋਂ ਦੁਨੀਆ ਬਣੀ ਹੈ ਸਾਰੀ। ਹਾਂਜੀ, ਅੱਛਾ। ਹਵਾ ਜਨਮੀ ਸੀ ਤਾਂ ਉਸਦੇ ਧੜ ਉੱਤੇ ਚਿਹਰਾ ਮੌਜੂਦ ਸੀ। ਸਮੇਂ ਦੀ ਦਲਦਲ ਵਿੱਚ ਉਸਦਾ ਚਿਹਰਾ ਗੁਆਚ ਗਿਆ। ਯੁਗਾਂ ਤੋਂ ਲੱਭਦੀ ਰਹੀ ਆਪਣਾ ਚਿਹਰਾ, ਆਪਣਾ ਜ਼ਿਹਨ, ਆਪਣੀ ਸ਼ਨਾਖਤ। ਮੇਰੇ ਖਿਆਲ ਇੰਗਲਿਸ਼ ਦੇ ਵਿੱਚ ਜਿਹੜੀ ਕਵਿਤਾ ਹੈ ਉਹ ਸ਼ਾਇਦ ਤੁਹਾਨੂੰ ਜ਼ਿਆਦਾ ਸਮਝ ਆਏਗੀ, ਕਿਉਂਕਿ ਤੁਸੀਂ ਪੰਜਾਬੀ ਹਜੇ ਪੜ੍ਹਨੀ ਸ਼ੁਰੂ ਕੀਤੀ ਹੈ। ਉਹ ਮੈਂ ਤੁਹਾਨੂੰ ਹੁਣੇ ਪੜ੍ਹ ਕੇ ਉਹਦੇ 'ਚ ਵੀ ਦੱਸਾਂਗੀ। ਗੁਆਚਾ ਚਿਹਰਾ ਅੱਜ ਉਸ ਲੱਭ ਲਿਆ ਹੈ, ਖਾਲੀ ਤੌਣ ਤੇ ਧਰ ਲਿਆ ਹੈ। ਇਸ ਵਿੱਚ ਅਚਰਜ ਕਿਹਾ, ਸ਼ਨਾਖਤ ਆਪਣੀ ਕਰਕੇ ਆਪੇ ਜੇ ਜ਼ਿਹਨ ਵੀ ਉਸ ਲੱਭ ਲਿਆ ਹੈ। ਉਫ, ਇਹ ਤਾਂ ਚਿਹਰੇ ਦਾ ਯੁੱਗ ਨਹੀਂ, ਬਦਨ ਦੀ ਬੋਲੀ ਬੋਲਦੀ ਹਰ ਮਰਦਾਨੀ ਸੋਚ ਔਰਤ ਦਾ ਧੜ ਧਰਦੀ ਹੈ। ਜਦੋਂ ਮੈਂ ਕਵਿਤਾ ਲਿਖੀ ਸੀ ਕਾਫੀ ਰੌਲਾ ਜਿਹਾ ਰਾਈਟਰ 'ਚ ਪਿਆ ਸੀਗਾ। ਮੈਂ ਉਹਨਾਂ ਨੂੰ ਕਿਹਾ ਕਿ ਇਹਦਾ ਮਤਲਬ ਸਿਰਫ ਇੰਨਾ ਆ ਕਿ ਜੇ ਔਰਤ ਇੰਟੈਲੀਜੈਂਟ ਹੈ, ਕੁਛ ਉਹ ਵਧੀਆ ਲਿਖਦੀ ਵੀ ਹੈ, ਤੇ ਉਸ ਨੂੰ ਉਸਦੇ ਬਦਨ ਵੱਲ ਹੀ ਦੇਖਿਆ ਜਾਂਦਾ, ਉਹਦੇ ਦਿਮਾਗ ਵੱਲ ਨਹੀਂ ਦੇਖਿਆ ਜਾਂਦਾ। ਉਹ ਇਹ ਦੇਖਦੇ ਨੇ ਕਿ ਸੋਹਣੀ ਹੈਗੀ ਕਿ ਨਹੀਂ ਸੋਹਣੀ ਹੈਗੀ। ਜੇ ਸੋਹਣੀ ਹੈਗੀ ਤੇ ਉਹਦੀ ਐਪਰੀਸ਼ੀਏਸ਼ਨ ਕਰ ਦੇਣਗੇ, ਫਿਰ ਉਹਦੀ ਕਵਿਤਾ ਵੀ ਸੋਹਣੀ ਹੋ ਜਾਂਦੀ ਹੈ। ਤੇ ਜੇ ਉਹ ਸੋਹਣੀ ਨਹੀਂ ਤੇ ਫਿਰ ਉਹਦੀ ਕਵਿਤਾ ਵੀ ਚੰਗੀ ਨਹੀਂ। ਇਸ ਤਰੀਕੇ ਨਾਲ ਸਾਡੇ ਕਲਚਰ ਵਿੱਚ ਜਾਂ ਪੰਜਾਬ ਵਿੱਚ ਵੀ ਈਵਨ ਔਰਤਾਂ ਰਾਈਟਰਾਂ ਨੂੰ ਤੋਲਿਆ ਜਾਂਦਾ ਸੀਗਾ। ਤੇ ਉਹਦੇ ਉੱਤੇ ਇੱਕ ਕਟਾਕਸ਼ ਇੱਕ ਤਰ੍ਹਾਂ ਨਾਲ, ਉਹਦੇ ਉੱਤੇ ਇਹ ਸਟਾਇਰ ਇੱਕ ਤਰ੍ਹਾਂ ਨਾਲ ਕਵਿਤਾ ਜਿਹੜੀ ਆ। ਪਰ ਜਿਹੜੀ ਗੱਲ ਤੁਸੀਂ ਪੁੱਛੀ ਆ ਕਿ ਇਸ ਤੋਂ ਮੈਂ ਜਿਹੜਾ ਇੱਕ ਮੇਰਾ ਇਹ ਸਫ਼ਰ ਇਸ ਤਰ੍ਹਾਂ ਚੱਲ ਰਿਹਾ ਕਵਿਤਾ ਵਿੱਚ ਵੀ, ਕਹਾਣੀ ਵਿੱਚ ਵੀ। ਪਰ ਜੇ ਤੁਸੀਂ ਇੰਪਰੂਵਮੈਂਟ ਦੀ ਗੱਲ ਕਰਦੇ ਆ ਕਿ ਇਹਦੇ 'ਚ ਕੀ ਇੰਪਰੂਵਮੈਂਟ ਹੋਈ ਉਸ ਤੋਂ ਲੈ ਕੇ ਹੁਣ ਤੱਕ, ਮੇਰੇ ਖਿਆਲ ਨਾਲ ਸਫ਼ਰ ਜਿਹੜਾ ਉਹ ਨਿਰੰਤਰ ਚੱਲਦਾ ਰਹਿਣਾ ਚਾਹੀਦਾ ਹੈ। ਉਹਦੇ 'ਚ ਕਦੀ ਇੰਪਰੂਵਮੈਂਟ ਹੋ ਜਾਂਦੀ ਹੈ, ਕਦੀ ਨਹੀਂ ਹੁੰਦੀ ਹੈ ਨਾ, ਤੇ ਆਪਾਂ ਤੁਰੇ ਜਾਂਦੇ ਹਾਂ। ਇੱਕ ਵਰਲਡ ਵਿਊ ਹੁੰਦਾ ਹੈ ਕਿ ਤੁਹਾਡਾ ਵਰਲਡ ਵਿਊ ਕੀ ਹੈ। ਮੇਰਾ ਵਰਲਡ ਵਿਊ ਇਹ ਹੈ ਕਿ ਹਰ ਇਨਸਾਨ ਬਰਾਬਰ ਹੈ, ਔਰਤਾਂ ਤੇ ਮਰਦ ਬਰਾਬਰ ਨੇ, ਉਹਨਾਂ ਨੂੰ ਬਰਾਬਰ ਇਨਸਾਨੀਅਤ ਜਿਹੜੀ ਆ ਉਹ ਵਰਲਡ ਵਿਊ ਹੈ ਮੇਰੀ। ਹੋਰ ਕੋਈ ਕੁਐਸਚਨ? ਜੀ, ਤੁਹਾਡਾ ਮਨਪਸੰਦ ਲੇਖਕ ਕਿਹੜਾ ਹੈ ਤੇ ਕਿਉਂ? ਮਨਪਸੰਦ ਲੇਖਕ ਬਹੁਤ ਨੇ। ਮੈਂ ਸਭ ਤੋਂ ਪਹਿਲਾਂ ਜਦੋਂ ਉਰਦੂ ਦੀ ਪੋਇਟਰੀ ਪੜ੍ਹੀ ਸੀ, ਫੈਜ਼ ਅਹਿਮਦ ਫੈਜ਼ ਮੇਰਾ ਬੜਾ ਪਸੰਦੀਦਾ ਲੇਖਕ ਹੈ। ਮੈਂ ਫਿਰ ਸਾਰਾ ਉਰਦੂ ਵੀ ਸਿੱਖਿਆ
ਔਰ ਉਹਨਾਂ ਦੀਆਂ 5 ਕਿਤਾਬਾਂ ਜਿਹੜੀਆਂ ਨੇ ਉਹ ਟਰਾਂਸਲੇਟਰੇਟ ਕੀਤੀਆਂ ਵੀ ਤੇ ਕਰਵਾਈਆਂ ਵੀ ਤੇ ਫਿਰ ਐਡਿਟ ਕੀਤੀ ਹੁੰਦੀ ਕਿਤਾਬ ਇਹ ਫੈਜ਼ ਅਹਿਮਦ ਫੈਜ਼ ਦਾ ਕਾਵ ਸਾਗਰ। ਇਸ ਦੇ ਵਿੱਚ ਉਹਨਾਂ ਦੀਆਂ 5 ਕਿਤਾਬਾਂ ਨੇ ਔਰ ਇਹ ਕਵਿਤਾ ਇਹਨਾਂ ਦੀ ਬੇਸ਼ੱਕ ਪਹਿਲੋਂ ਰੋਮਾਂਟਿਕ ਸੀ ਕਵਿਤਾ, ਪਰ ਇਸ ਦੇ ਵਿੱਚ ਜਿਸ ਤਰੀਕੇ ਨਾਲ ਇਹਨਾਂ ਨੇ ਆਪਣਾ ਸਫ਼ਰ ਰੋਮਾਂਟਿਸਿਜ਼ਮ ਤੋਂ ਰੀਅਲਿਜ਼ਮ ਵੱਲ ਦਿੱਤਾ ਉਹਨੇ ਮੈਨੂੰ ਬੜਾ ਟੁੰਬਿਆ। ਮੇਰੇ ਮਤਲਬ ਲੇਖਣੀ ਨੂੰ ਹੀ ਬਦਲ ਕੇ ਰੱਖ ਦਿੱਤਾ ਕਿ ਰਿਐਲਿਟੀ ਜਿਹੜੀ ਹੈ ਸਮਾਜ ਦੀ ਹੈ ਉਹ ਸਾਹਮਣੇ ਕਿੱਦਾਂ ਲਿਆਉਂਦੀ ਜਾਏ, ਉਹ ਸਾਹਮਣੇ ਆਪਾਂ ਨੂੰ ਲਿਆਉਣੀ ਚਾਹੀਦੀ ਹੈ। ਉਹਦੇ ਵਾਸਤੇ ਅਸੀਂ ਕੁਝ ਕਰ ਸਕਦੇ ਹਾਂ ਜਾਂ ਨਹੀਂ ਕਰ ਸਕਦੇ, ਇਹ ਚੋਇਸ ਹੁੰਦੀ ਹੈ ਆਪਣੀ। ਜੇ ਤੁਸੀਂ ਰਿਸਕ ਲੈ ਸਕਦੇ ਹੋ ਤਾਂ ਤੁਸੀਂ ਕਰ ਸਕਦੇ ਹੋ, ਤੇ ਜੇ ਤੁਸੀਂ ਰਿਸਕ ਨਹੀਂ ਲੈ ਸਕਦੇ ਤਾਂ ਤੁਸੀਂ ਨਹੀਂ ਕਰ ਸਕਦੇ। ਉਹ ਇਸ ਕਰਕੇ ਫਿਰ ਉਹ ਫੈਜ਼ ਅਹਿਮਦ ਫੈਜ਼ ਦਾ ਫਿਰ ਮੈਂ ਇੱਕ ਇਹਨਾਂ ਦਾ ਲੱਭਿਆ ਪੰਜਾਬ ਦੇ ਵਿੱਚੋਂ ਬੜਾ ਮਕਬੂਲ ਵੱਡਾ ਸ਼ਾਇਰ ਸਥਾਪਤ ਪ੍ਰੋਫੈਸਰ ਮੋਹਨ ਸਿੰਘ, ਤੁਸੀਂ ਉਹਨਾਂ ਨੂੰ ਵੀ ਪੜ੍ਹਿਆ ਹੋਣਾ, ਉਹ ਯਥਾਰਥਵਾਦ ਦਾ ਉਹਨਾਂ ਨੇ ਲਿਖਿਆ। ਉਹ ਰੀਅਲਿਜ਼ਮ ਤੋਂ ਯਥਾਰਥਵਾਦ ਦਾ ਜਿਹੜਾ ਸਫ਼ਰ ਸੀ ਉਹ ਫਿਰ ਇਸ ਕਿਤਾਬ ਦੇ ਵਿੱਚ ਰੋਮਾਂਸ ਤੇ ਯਥਾਰਥਵਾਦ ਦੇ 2 ਕਵੀ ਪ੍ਰੋਫੈਸਰ ਮੋਹਨ ਸਿੰਘ ਤੇ ਪ੍ਰੋਫੈਸਰ ਫੈਜ਼ ਅਹਿਮਦ ਫੈਜ਼ ਦਾ ਮੈਂ ਕੰਮ ਕੀਤਾ। ਸੋ ਤਕਰੀਬਨ ਇਹਨਾਂ ਨੂੰ ਮੈਂ ਪੜ੍ਹਿਆ ਦੋਨਾਂ ਪੋਇਟਸ ਨੂੰ ਔਰ ਇਹਨਾਂ ਤੇ ਕੰਮ ਕੀਤਾ। ਸੋ ਮੇਰੇ ਪਸੰਦੀਦਾ ਇਹ ਪੋਇਟ ਨੇ। ਪਰ ਇਹਨਾਂ ਤੋਂ ਇਲਾਵਾ ਵੀ ਹੋਰ ਵੀ ਪੋਇਟ ਨੇ। ਮੈਂ ਅੰਮ੍ਰਿਤਾ ਪ੍ਰੀਤਮ ਦੀ ਪੋਇਟਰੀ ਬਹੁਤ ਲਾਈਕ ਕਰਦੀ ਹਾਂ। ਅੰਮ੍ਰਿਤਾ ਪ੍ਰੀਤਮ ਦੀ ਪ੍ਰੋਜ਼ ਬਹੁਤ ਚੰਗੀ ਹੈ। ਅਜੀਤ ਕੌਰ ਦੀ ਪ੍ਰੋਜ਼ ਬਹੁਤ ਚੰਗੀ ਹੈ। ਅਜੀਤ ਕੌਰ ਨੇ ਕਹਾਣੀਆਂ ਲਿਖੀਆਂ, ਕਹਾਣੀਕਾਰ ਹੈ ਆਪਣੀ ਦਿੱਲੀ ਦੀ। ਉਹਨਾਂ ਦੀ ਕਹਾਣੀਆਂ ਦਾ ਕੋਈ ਸਾਂਝ ਨਹੀਂ, ਹੁਣ ਤੱਕ ਉਹੋ ਜਿਹੀਆਂ ਕਹਾਣੀਆਂ ਨਹੀਂ ਲਿਖੀਆਂ ਗਈਆਂ। ਇੱਕ ਮਨੋਰੰਜਕ ਕਿਸਮ ਦਾ ਸਵਾਲ ਹੈ। ਜੇ ਮਨੋਰੰਜਕ ਜੇ ਕੋਈ ਤੁਹਾਡੇ ਤੋਂ ਇੱਕ ਪ੍ਰਸ਼ਨ ਕਰੇ, ਇਹ ਜਿਹਾ ਕਿਹੜਾ ਪ੍ਰਸ਼ਨ ਹੈ ਜਿਹੜਾ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੇ ਤੋਂ ਪੁੱਛਣ? ਵਾਕਈ ਤੇ ਟੇਢਾ ਕੁਐਸਚਨ ਹੈ, ਸੋਚਣਾ ਪਏਗਾ। ਤੁਸੀਂ ਕਰੋ ਹੈਲਪ। ਮੇਰੇ ਤੋਂ ਪੁੱਛਣ ਇਹ ਸਵਾਲ ਕਿ ਮੈਂ ਆਪਣਾ ਇਹ ਸਫ਼ਰ ਜਿਹੜਾ ਤੈਅ ਕੀਤਾ ਹੈ ਤੇ ਇਹਦਾ ਕੋਈ ਫਾਇਦਾ ਹੈ? ਚਲੋ ਅਸੀਂ ਤੁਹਾਡੇ ਤੋਂ ਇਹ ਸਵਾਲ ਪੁੱਛਿਆ। ਇਹ ਜੇ ਲਿਟਰੇਰੀ ਸਫ਼ਰ ਹੈ, ਜੇ ਕੋਈ ਪੁੱਛੇ ਨਾ ਵੀ ਕਿਉਂ ਇੰਨਾ ਟਾਈਮ ਲਗਾਇਆ ਕਿਤਾਬਾਂ ਛਾਪਦੇ ਜੇ ਕੁਝ ਕਰਦੇ ਆ, ਤੇ ਮੈਂ ਸਮਝਦੀ ਹਾਂ ਕਿ ਇਹਦਾ ਇੱਕ ਬਹੁਤ ਹੀ ਵਧੀਆ ਫਾਇਦਾ ਹੋਇਆ। ਮੈਨੂੰ ਵੀ ਹੋਇਆ, ਜਿਹੜਾ ਕੋਈ ਪੜ੍ਹੇਗਾ ਮੈਂ ਸੋਚਦੀ ਕਿ ਉਹਨਾਂ ਨੂੰ ਵੀ ਹੋਏਗਾ। ਇੱਕ ਪ੍ਰੋਸੈਸ ਹੈ, ਹਰ ਇੱਕ ਇਨਸਾਨ ਦਾ ਆਪਣਾ ਇੱਕ ਪ੍ਰੋਸੈਸ ਹੁੰਦਾ ਔਰ ਇੱਕ ਤਰ੍ਹਾਂ ਦਾ ਥੈਰੇਪੀ ਹੈ। ਜੇ ਤੁਸੀਂ ਜਦੋਂ ਤੁਹਾਡੇ ਕੋਲ, ਜਿੱਦਾਂ ਆਪਾਂ ਗੱਲ ਕਰ ਚੁੱਕੇ ਹਾਂ ਕਿ ਮਰਦ ਪ੍ਰਧਾਨ ਸਮਾਜ ਦੇ ਵਿੱਚ ਜੇ ਤੁਹਾਨੂੰ ਆਵਾਜ਼ ਨਹੀਂ ਮਿਲੀ, ਵੋਇਸ ਨਹੀਂ ਮਿਲੀ ਤੁਹਾਨੂੰ, ਤੇ ਤੁਹਾਡੀ ਵੋਇਸ ਹੈ। ਤੇ ਇਸ ਕਰਕੇ ਮੈਂ ਚਾਹੁੰਦੀ ਹਾਂ ਕਿ ਇਹ ਸਵਾਲ ਮੈਨੂੰ ਪੁੱਛਿਆ ਜਾਵੇ ਕਿ ਤੇਰੀ ਵੋਇਸ ਕਿੱਥੇ, ਤੇ ਮੈਂ ਕਹਾਂਗੀ ਆ ਮੇਰੀ ਵੋਇਸ ਹੈ। ਕਿਉਂਕਿ ਤੁਹਾਨੂੰ ਜੇ ਤੁਸੀਂ ਸਮਝਦੇ ਆ ਕਿ ਤੁਹਾਨੂੰ ਬੋਲਣ ਨਹੀਂ ਦਿੱਤਾ ਜਾਂਦਾ, ਜੇ ਤੁਸੀਂ ਸਮਝਦੇ ਆ ਕਿ ਜੋ ਤੁਸੀਂ ਬੋਲਦੇ ਆ ਉਸ ਨੂੰ ਵੈਲਿਊ ਨਹੀਂ ਪਾਇਆ ਜਾਂਦਾ, ਤੇ ਫਿਰ ਲਿਖਣਾ ਜਿਹੜਾ ਹੈ ਇਹ ਤੁਹਾਡੇ ਲਈ ਇੱਕ ਤਰ੍ਹਾਂ ਦਾ ਥੈਰੇਪੀ ਬਣ ਜਾਂਦੀ ਹੈ। ਸੋ ਦੈਟਸ ਵਾਟ ਇਟ ਇਜ਼ ਫॉर ਮੀ। ਅਗਲਾ ਪ੍ਰਸ਼ਨ। ਨਹੀਂ, ਮੈਂ ਅੱਗੋਂ ਦੱਸ ਰਹੀ ਹਾਂ ਵੀ ਇਹ ਸਵਾਲ ਕਿਉਂ ਮੈਨੂੰ ਪੁੱਛਿਆ ਜਾਵੇ, ਕਿਉਂ ਫਾਇਦਾ ਹੈ। ਫਿਰ ਮੈਂ ਇਸ ਲਈ ਪੁੱਛਿਆ ਜਾਵੇ ਕਿ ਜਦੋਂ ਮੈਂ ਵਿਮਨ ਦੇ ਗਰੁੱਪ ਕੰਡਕਟ ਕਰਦੀ ਸੀ, ਮੈਂ ਉਹਨਾਂ ਨੂੰ ਵੀ ਦੱਸ ਦਿੰਦੀ ਸਾਂ ਕਿ ਤੁਸੀਂ ਲਿਖੋ, ਡਾਇਰੀ ਲਿਖੋ, ਚਾਹੇ ਕਵਿਤਾ ਲਿਖੋ, ਕਹਾਣੀ ਲਿਖੋ। ਇਹਦੇ ਨਾਲ ਤੁਹਾਡਾ ਜਿਹਦੇ ਵਿੱਚੋਂ ਦੀ ਤੁਸੀਂ ਲੰਘ ਕੇ ਆਈਆਂ ਇਹ ਬਹੁਤ ਵਧੀਆ ਪ੍ਰੋਸੈਸ ਦੇ ਨਾਲ ਹੋ ਜਾਏਗੀ। ਜਦੋਂ 80s ਦੇ ਵਿੱਚ ਮੈਂ ਗਰੁੱਪ ਕੰਡਕਟ ਕਰਦੀ ਸੀ ਬੈਟਰ ਵੂਮਨ ਸਪੋਰਟਸ ਸਰਵਿਸਿਜ਼ ਦੇ, ਉਹਦੇ ਵਿੱਚੋਂ ਜਦੋਂ ਉਹਨਾਂ ਦੀ ਸਟੋਰੀਜ਼ ਆਈਆਂ ਨੇ, ਉਹ ਸਟੋਰੀਜ਼ ਸਾਰੀਆਂ ਮੇਰੀਆਂ, ਜਿਹੜੀ ਇੱਥੇ ਕਿਤਾਬ ਹੈ ਮਹਿਲੀ ਵਾਸਤੀਆਂ ਧੀਆਂ, ਇਹਦੇ 'ਚ ਡਰਾਮੇ ਆ। ਉਹ ਸਟੋਰੀਆਂ ਉਹਨਾਂ ਦੀਆਂ ਨੇ, ਉਹਨਾਂ ਨੇ ਕੰਸਟਰਕਟ ਕੀਤੀਆਂ ਵਿਮਨ ਨੇ ਗਰੁੱਪ ਦੇ ਵਿੱਚ ਬੈਠ ਕੇ, ਔਰ ਮੈਂ ਉਹਨਾਂ ਨੂੰ ਕਲਮਬੱਧ ਕੀਤਾ। ਤੇ ਫਿਰ ਇਹ ਪਲੇ ਜਿਹੜੇ ਨੇ ਮਹਿਲੀ ਵਾਸਤੀਆਂ ਧੀਆਂ ਡਰਾਮੇ ਖੇਡੇ ਵੀ ਗਏ ਸੀ, ਔਰ ਉਹਦੇ ਵਿੱਚ ਉਹਨਾਂ ਨੂੰ ਇਹ ਮਹਿਸੂਸ ਹੋਇਆ ਕਿ ਉਹਨਾਂ ਦਾ ਜਿਹੜਾ ਦੁੱਖ ਸੀ ਘਟ ਗਿਆ ਥੋੜਾ ਜਿਹਾ, ਉਹਨਾਂ 'ਚ ਕੌਨਫੀਡੈਂਸ ਆਇਆ, ਐਮਪਾਵਰਮੈਂਟ ਹੋਈ ਉਹਨਾਂ ਵਾਸਤੇ। ਔਰ ਉਹ ਔਰਤਾਂ ਇਹਦੇ ਵਿੱਚੋਂ ਦੀ ਲੰਘ ਕੇ ਸਟੇਜ 'ਤੇ ਜੇ ਚਲੀਆਂ ਗਈਆਂ ਨੇ, ਡਰਾਮਾ ਕਰ ਲਿਆ ਉਹਨਾਂ ਨੇ, ਤੇ ਉਹਨਾਂ ਨੇ ਸਮਾਜ ਦੇ ਸਾਹਮਣੇ ਹੋ ਕੇ ਆਪਣੀ ਸਟੋਰੀ ਦੱਸੀ ਹੈ, ਤੇ ਐਮਪਾਵਰਮੈਂਟ ਸੀਗੀ ਉਹਨਾਂ ਵਾਸਤੇ। ਤੁਸੀਂ ਜ਼ਿੰਦਗੀ ਦੇ ਸਫ਼ਰ ਬਾਰੇ ਗੱਲ ਕੀਤੀ ਸੀਗੀ। ਜੇ ਤੁਹਾਡੀ ਜ਼ਿੰਦਗੀ ਦੇ ਸਫ਼ਰ ਉੱਤੇ ਕੋਈ ਕਹਾਣੀ ਲਿਖੀ ਜਾਵੇ ਤਾਂ ਤੁਸੀਂ ਉਹਦਾ ਕੀ ਨਾਂ ਦਵੋਗੇ? ਉਹਦਾ ਕੀ ਨਾਂ ਦੇਵਾਂਗੇ ਸਟੋਰੀ ਦਾ? ਹਾਂਜੀ। ਮਹਿਲੀ ਵਾਸਤੀਆਂ ਧੀਆਂ। ਤੇ ਕਿਉਂ? ਕਿਉਂਕਿ ਔਰਤ ਜਿਸ ਤਰ੍ਹਾਂ ਜਿਉਂ ਰਹੀ ਹੈ, ਉਹ ਲੱਗਦਾ ਹੈ ਕਿ ਉਹ ਘਰ, ਦੇਖੋ ਮਹਿਲਾਂ ਵਰਗੇ ਘਰ ਹੁੰਦੇ ਨੇ ਕਈ ਵਾਰੀ, ਹੈ ਨਾ,
ਪਰ ਉਹਦੀ ਸਟੋਰੀ ਅੰਦਰੋਂ ਕੁਝ ਹੋਰ ਹੁੰਦੀ ਹੈ। ਠੀਕ ਹੈ ਨਾ? ਹਾਂਜੀ। ਤੇ ਉਹ ਮੇਰੀ ਇਕੱਲੀ ਦੀ ਨਹੀਂ ਸਟੋਰੀ ਹੋਏਗੀ, ਉਹ ਇਟ ਵਿਲ ਸਪੀਕ ਟੂ ਆਲ ਵੂਮਨ। ਤੁਸੀਂ ਇੰਡੀਆ ਤੋਂ ਇੱਥੇ ਆਏ ਸੀਗੇ। ਹਾਂਜੀ। ਤੇ ਕੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਇੰਡੀਆ ਵਿੱਚ ਬਤੀਤ ਕੀਤੀ ਜ਼ਿੰਦਗੀ ਤੇ ਇੱਥੇ ਬਤੀਤ ਕੀਤੀ ਜ਼ਿੰਦਗੀ ਵਿੱਚ ਕੋਈ ਅੰਤਰ ਹੈਗਾ? ਲੈਟ ਮੀ ਸੀ। ਅੰਤਰ ਹੈ ਵੀ ਆ ਤੇ ਨਹੀਂ ਵੀ, ਡਿਪੈਂਡ ਕਰਦਾ ਹੈ ਨਾ, ਕਿਉਂਕਿ ਜਿਸ ਹਾਲਾਤ 'ਚ ਮੈਂ ਗਰੋ ਅਪ ਹੋਈ ਹਾਂ, ਐਜੂਕੇਸ਼ਨ ਲਈ ਆ ਜਾਂ ਪਲੀ ਹਾਂ, ਉਹ ਹੈਗੀ ਸੀ ਕਿ ਇੱਕ ਉਸ ਵੇਲੇ ਬੜਾ ਪ੍ਰੂਵ ਕਰਨ ਦਾ ਸਮਾਂ ਸੀ, ਕਿ ਰਸ਼ ਕਰਨ ਦਾ, ਕਿ ਮੈਨੂੰ ਐਜੂਕੇਸ਼ਨ ਲੈਣੀ ਚਾਹੀਦੀ, ਮੈਨੂੰ ਆਪਣੇ ਪੈਰਾਂ 'ਤੇ ਖੜੋਣਾ ਚਾਹੀਦਾ ਹੈ, ਦੁਨੀਆ 'ਚ ਤੇਰਾ ਹੋਰ ਕੋਈ ਨਹੀਂ, ਤੂੰ ਹੀ ਆਪਣੇ ਆਪ ਨੂੰ ਬਣਾਉਣਾ ਆ। ਰਸ਼ ਦੇ ਵਿੱਚ ਤੁਸੀਂ ਜਾ ਰਹੇ ਸੀ ਨਾ, ਔਰ ਉਹਦੇ ਵਿੱਚੋਂ ਦੀ ਲੰਘ ਕੇ ਮੈਂ ਉੱਥੇ ਹੀ ਐਕਚੁਅਲੀ ਆਪਣੇ ਆਪ ਨੂੰ ਪ੍ਰੂਵ ਕਰ ਲਿਆ ਸੀ ਕਿ ਮੈਂ ਜਦੋਂ MA ਕਰ ਲਈ ਸੀ, ਮੈਨੂੰ ਜੌਬ ਮਿਲ ਗਈ ਸੀ, ਗਵਰਨਮੈਂਟ ਦੀ ਜੌਬ ਉੱਥੇ ਮਿਲਣੀ ਕੋਈ ਉਹਨਾਂ ਦਿਨਾਂ ਦੇ ਵਿੱਚ, ਔਰ ਰੇਡੀਓ ਸਟੇਸ਼ਨ ਦੇ ਉੱਤੇ ਮੈਂ ਖਬਰਾਂ ਪੜ੍ਹ ਰਹੀ ਸਾਂ, ਐਂਡ ਆਈ ਵਾਸ ਐਸਟੈਬਲਿਸ਼ਡ ਦੇਅਰ। ਸੋ ਇਸ ਕਰਕੇ ਮੈਂ ਉੱਥੇ ਹੀ ਆਪਣੇ ਆਪ ਨੂੰ ਇਹ ਸਮਝ ਲਿਆ ਸੀਗਾ ਕਿ ਮੇਰੀ ਲਾਈਫ ਮੈਂ ਆਪਣੇ ਆਪ ਨੂੰ ਕੰਪਲੀਟ ਕਰ ਲਈ ਹੈ। ਇੱਥੇ ਆ ਕੇ ਤਾਂ ਮੈਂ ਫਿਰ ਨਵੇਂ ਸਿਰੇ ਤੋਂ ਸ਼ੁਰੂ ਕੀਤੀ ਨਾ ਲਾਈਫ। ਹਾਂਜੀ। ਮੁੜ ਕੇ ਸਕੂਲ ਚਲੀ ਗਈਆਂ, ਮੁੜ ਕੇ ਸਾਰਾ ਕੁਝ ਪੜ੍ਹਿਆ, ਮੁੜ ਕੇ ਸਾਰੀਆਂ ਜੌਬਾਂ ਲੱਭੀਆਂ ਨੇ, ਮੁੜ ਕੇ ਸਾਰਾ ਕੁਝ ਕੀਤਾ ਨਾ। ਇੱਕ ਲਾਈਫ ਮੈਂ ਪੂਰੀ ਕੰਪਲੀਟ ਕਰਕੇ ਦੂਜੀ ਲਾਈਫ ਮੈਂ ਇੱਥੇ ਆ ਕੇ ਸ਼ੁਰੂ ਕੀਤੀ ਹੈ। ਸੋ ਇੱਥੇ ਜਿਹੜੀ ਲਾਈਫ ਕੀਤੀ ਹੈ ਉਹ ਮੇਰੇ ਹਿਸਾਬ ਨਾਲ ਕੋਈ ਬਹੁਤੀ ਫਰਕ ਨਹੀਂ ਸੀ, ਪਰ ਇੰਨਾ ਜ਼ਰੂਰ ਹੈ ਕਿ ਇੱਥੇ ਤਾਂ ਸਾਰੀਆਂ ਸਹੂਲਤਾਂ ਜਿਹੜੀਆਂ ਤੁਹਾਨੂੰ ਮਿਲਦੀਆਂ ਨੇ, ਐਜੂਕੇਸ਼ਨ ਚੰਗੀ ਮਿਲ ਸਕਦੀ ਹੈ, ਉੱਦੋਂ ਦਾ ਇਨਵਾਇਰਨਮੈਂਟ ਚੰਗਾ ਆ ਉੱਥੋਂ ਨਾਲੋਂ। ਬਾਕੀ ਇਹ ਹੈ ਕਿ ਤੁਹਾਨੂੰ ਮਿਹਨਤ ਇੱਥੇ ਵੀ ਕਰਨੀ ਪੈਂਦੀ, ਮਿਹਨਤ ਉੱਥੇ ਵੀ ਕਰਨੀ ਪੈਂਦੀ ਹੈ। ਜਿਸ ਇਨਸਾਨ ਨੇ ਮਿਹਨਤ ਕਰਨੀ ਉਹਦੇ ਵਾਸਤੇ ਕੋਈ ਫਰਕ ਨਹੀਂ ਹੈ। ਤੁਸੀਂ ਦੱਸਿਆ ਸੀਗਾ ਕਿ ਤੁਸੀਂ ਸਰਕਾਰੀ ਨੌਕਰੀ ਉੱਥੇ ਕਰਦੇ ਸੀ, ਤੁਸੀਂ ਕਾਫੀ ਆਪਣੀ ਲਾਈਫ ਨੂੰ ਸਵਾਰ ਦਿੱਤਾ ਸੀਗਾ ਉੱਥੇ, ਫਿਰ ਤੁਹਾਡਾ ਵਿਆਹ ਹੋ ਗਿਆ ਤੇ ਤੁਸੀਂ ਇੱਥੇ ਆਏ। ਕਿ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਜ਼ਿੰਮੇਵਾਰੀਆਂ ਔਰਤ ਹੋਣ ਕਰਕੇ ਬਦਲ ਗਈਆਂ ਜਾਂ ਜ਼ਿਆਦਾ ਹੋ ਗਈਆਂ? ਜੇ ਤਾਂ ਪਰਸਨਲ ਮੈਨੂੰ ਸਵਾਲ ਪੁੱਛਦੇ ਆ ਤੇ ਇਹਨਾਂ 'ਚ ਕੋਈ ਫਰਕ ਨਹੀਂ ਪਿਆ, ਕਿਉਂਕਿ ਮੈਂ ਉੱਥੇ ਵੀ ਬੜੀ ਜ਼ਿੰਮੇਵਾਰੀ ਨਾਲ ਜਿਉਣੀ ਸਾਂ। ਮੈਨੂੰ ਇਹ ਪਤਾ ਸੀਗਾ ਕਿ ਮੈਨੂੰ ਕੰਮ ਵੀ ਕਰਨਾ ਪੈਣਾ ਤੇ ਮੈਨੂੰ ਘਰ ਦਾ ਕੰਮ ਵੀ ਕਰਨਾ ਪੈਣਾ, ਕਿਉਂਕਿ ਮੈਂ ਜਦੋਂ ਸਿਸਟਰ ਕੋਲ ਰਹਿੰਦੀ ਸਾਂ ਤੇ ਉਹਨਾਂ ਦੇ ਘਰ ਦਾ ਕੰਮ ਵੀ ਮੈਨੂੰ ਕਰਨਾ ਪੈਂਦਾ ਸੀ, ਕਿਉਂਕਿ ਉਹ ਵੀ ਪੜ੍ਹਾਉਂਦੇ ਸੀ, ਉਹ ਵੀ ਟੀਚਰ ਸੀਗੇ, ਬੱਚੇ ਸੀ ਛੋਟੇ ਛੋਟੇ ਉਹਨਾਂ ਦੇ। ਤੇ ਮੈਂ ਜਾਂਦੀ ਹੁੰਦੀ ਸਾਂ ਆਫਟਰਨੂਨ 'ਚ, ਮੇਰੀ ਸ਼ਿਫਟ ਆਫਟਰਨੂਨ ਸ਼ੁਰੂ ਹੁੰਦੀ ਸੀ 12 ਵਜੇ, ਤੇ ਕਿਉਂਕਿ ਨਿਊਜ਼ ਜਿਹੜੀ ਸੀ ਸ਼ਾਮ ਨੂੰ ਆਉਂਦੀ ਸੀ 6 ਵਜੇ 6:35 ਤੇ ਇਸ ਕਰਕੇ ਮੈਂ ਉਹਨਾਂ ਦੇ ਬੱਚਿਆਂ ਨੂੰ ਸਕੂਲ ਭੇਜਣਾ, ਰੋਟੀ ਬਣਾ ਕੇ ਰੱਖ ਦੇਣੀ, ਸਾਰਾ ਕੁਝ ਕਰਨਾ, ਫਿਰ ਮੈਂ ਕੰਮ ਤੇ ਜਾਂਦੀ ਹੁੰਦੀ ਸੀ। ਤੇ ਉਹ ਜਦ ਨੂੰ ਉਹਨਾਂ ਨੇ ਸਕੂਲੋਂ ਆ ਜਾਣਾ 3 ਵਜੇ ਨਾ, ਤੇ ਜਦ ਨੂੰ ਬੱਚਿਆਂ ਨੂੰ ਸਕੂਲੋਂ ਚੁੱਕ ਲਿਆਉਣਾ ਉਹਨਾਂ ਨੇ, ਫਿਰ ਉਹਨਾਂ ਨੇ ਸ਼ਾਮ ਦਾ ਕਰਨਾ। ਸੋ ਇਸ ਤਰ੍ਹਾਂ ਕਰਕੇ ਉੱਥੇ ਵੀ ਇਸ ਤਰ੍ਹਾਂ ਸ਼ਿਫਟ ਚੱਲਦੀ ਹੁੰਦੀ ਸੀ, ਇਸੇ ਤਰ੍ਹਾਂ ਹੀ ਇੱਥੇ ਚੱਲਦੀ ਰਹੀ ਹੈ ਔਰ ਚੱਲਦੀ ਹੈ। ਕੀ ਤੁਹਾਨੂੰ ਲੱਗਦਾ ਹੈ ਜਦ ਤੁਸੀਂ ਘਰ ਦੇ ਬਾਰੇ ਸੋਚਦੇ ਹੋ, ਹੋਮਲੀਨੈਸ ਬਾਰੇ, ਤੁਸੀਂ ਕਿਸ ਚੀਜ਼ ਨੂੰ, ਕਿਸ ਦੇਸ਼ ਨੂੰ ਯਾਦ ਕਰਦੇ ਹੋ, ਇੰਡੀਆ ਨੂੰ ਜਾਂ ਇੱਥੇ? ਯਾਦ ਤਾਂ ਮੈਂ ਇੰਡੀਆ ਨੂੰ ਹੀ ਕਰਦੀ ਹਾਂ, ਪਰ ਸਵਾਲ ਹੈ ਕਿ ਅਸੀਂ ਇੱਥੇ ਰਹਿ ਰਹੇ ਹਾਂ ਨਾ। ਜੇ ਹੁਣ ਮੈਂ ਪਿਛਲੇ ਤੁਸੀਂ 74 ਤੋਂ ਲਾ ਲਓ ਕਿ 38 ਸਾਲ ਤੋਂ ਇੱਥੇ ਰਹਿ ਰਹੀ ਹਾਂ, ਇਹ ਮੇਰਾ ਦੇਸ਼ ਹੈ, ਠੀਕ ਹੈ ਨਾ, ਮੈਂ ਇੱਥੋਂ ਦੀ ਨਾਗਰਿਕ ਹਾਂ। ਮੇਰੀ ਜਿਹੜੀ ਹੈ ਸੁਹਿਰਦਤਾ ਜਾਂ ਵਚਨਬੱਧਤਾ ਜਾਂ ਮੇਰੀ ਕਮਿਟਮੈਂਟ ਹੈ ਉਹ ਇਸ ਦੇਸ਼ ਦੇ ਨਾਲ ਹੈ, ਠੀਕ ਹੈ ਨਾ, ਕਿਉਂਕਿ ਮਰਨਾ ਵੀ ਇੱਥੇ ਤੇ ਜੀਣਾ ਵੀ ਇੱਥੇ ਹੈ। ਤੇ ਪਰ ਉਹ ਦੇਸ਼ ਹੈ ਜਿਹਨੇ ਜਨਮ ਦਿੱਤਾ ਹੈ, ਉਹ ਵੀ ਆਪਣਾ ਦੇਸ਼ ਹੈ, ਠੀਕ ਹੈ ਨਾ। ਪਰ ਜਿਹੜੀ ਕਮਿਟਮੈਂਟ ਸਾਡੀ ਇਸ ਮੁਲਕ ਦੇ ਨਾਲ ਹੈ, ਇਸ ਦੇਸ਼ ਨਾਲ ਇੰਨੇ ਸਾਲਾਂ ਤੋਂ ਰਹਿੰਦਿਆਂ ਨੂੰ ਹੋ ਗਈ, ਅਗਲੀ ਜਨਰੇਸ਼ਨ ਸਾਡੀ ਇੱਥੇ ਦੀ ਹੈ, ਉਹ ਅਸੀਂ ਛੱਡ ਕੇ ਨਹੀਂ ਜਾ ਸਕਦੇ, ਵੀ ਉੱਥੇ ਜਾ ਕੇ ਉਨੀ ਕਮਿਟਮੈਂਟ ਦੇ ਨਹੀਂ ਸਕਦੇ। ਜੇ ਉੱਥੇ ਜਾਵਾਂਗੇ ਤੇ ਅਸੀਂ ਫੋਰਨਰ ਹੀ ਹੋਵਾਂਗੇ ਨਾ, NRI ਹੋਵਾਂਗੇ ਨਾ, ਹੈ ਨਾ, ਉਹ ਨਹੀਂ ਹੁਣ ਸਾਨੂੰ ਸਮਝਦੇ। ਜੇ ਅਸੀਂ ਆਪਣਾ ਮੁਲਕ ਨੂੰ ਸਮਝੀ ਵੀ ਚੱਲੀਏ, ਉਹ ਆਪਾਂ ਨੂੰ NRI ਕਰਕੇ ਬੁਲਾਉਂਦੇ ਨੇ, ਹੈ ਨਾ। ਉਹ ਕਹਿੰਦੇ ਨੇ ਨਹੀਂ ਤੁਸੀਂ ਚਲੇ ਗਏ ਹੋ, ਜਾਓ, ਤੁਹਾਡਾ ਮੁਲਕ ਉਹ ਹੈ, ਤੁਸੀਂ ਹੁਣ NRI ਜੇ, ਨਾਨ ਰੈਜ਼ੀਡੈਂਟ ਇੰਡੀਅਨ ਜੇ, ਹੈ ਨਾ। ਪਰ ਐਨੀਵੇਜ਼ ਪਿਆਰ ਤਾਂ ਉਨਾ ਹੀ ਹੈ ਨਾ ਕੰਟਰੀ ਦੇ ਨਾਲ, ਹੈ ਨਾ, ਪਿਆਰ ਵੀ ਉਨਾ ਹੀ ਹੈ, ਚਾਹੀਦਾ ਵੀ ਹੈ। ਉੱਥੇ ਆਪਣਾ ਚੰਡੀਗੜ੍ਹ 'ਚ ਘਰ ਆ ਮੇਰਾ, ਪਰ ਐਨੀਵੇਜ਼ ਜਾ ਕੇ ਮਤਲਬ ਰਹੀਦਾ, ਥੋੜਾ ਜਿਹਾ ਮਿਲ ਆਈਦਾ ਲੋਕਾਂ ਨੂੰ, ਸਾਰੇ ਮਤਲਬ ਆਪਣੀ ਕੰਟਰੀ ਦੇ ਨਾਲ ਮੋਹ ਹੈ, ਆਪਣੀ ਮਿੱਟੀ ਦੇ ਨਾਲ ਮੋਹ ਹੈ। ਪਰ ਕੀ ਤੁਹਾਨੂੰ ਇਹ ਨਹੀਂ ਲੱਗਦਾ ਕਿ ਇੱਥੇ ਵੀ ਲੋਕ ਤੁਹਾਨੂੰ ਇਮੀਗ੍ਰੈਂਟ ਕਹਿਣਗੇ? ਕਹਿੰਦੇ ਰਹੇ ਹਨ, ਹੁਣ ਵੀ ਕਹਿੰਦੇ ਆ, ਪਰ ਨਾਗਰਿਕ ਜੋ ਤੁਸੀਂ ਹੋ ਜਾਂਦੇ, ਸਿਟੀਜ਼ਨ ਹੋ ਜਾਂਦੇ, ਫਿਰ ਨਾਗਰਿਕ ਕਹਿਣ ਲੱਗ ਪੈਂਦੇ ਆ। ਹਾਂਜੀ। ਬਾਕੀ ਤੁਹਾਡੇ ਫਿਊਚਰ ਦੇ ਪਲਾਨ ਕੀ ਹੈ, ਭਵਿੱਖ ਵਿੱਚ ਤੁਸੀਂ ਕੀ ਕਰਨਾ ਚਾਹੋਗੇ? ਤੁਸੀਂ ਪੁੱਛਦੇ ਆ ਰਾਈਟਿੰਗ ਦੇ ਕੰਮ ਦੇ ਜਾਂ ਕਿਸ ਤਰ੍ਹਾਂ? ਹਾਂ, ਜਿਸ ਤਰ੍ਹਾਂ ਵੀ, ਜਿਵੇਂ ਤੁਸੀਂ ਹੁਣ ਇਸ ਮੁਕਾਮ ਤੱਕ ਪਹੁੰਚ ਗਏ ਹੋ, ਤੁਸੀਂ ਅੱਗੇ ਕੀ ਕਰਨਾ ਚਾਹੋਗੇ?
आई डोंट नो ये कंटिन्यू करना चाहांगे ਕੰਟੀਨਿਊ ਕਰ ਰਹੇ ਹਾਂ ਆਪਾਂ ਹਨਾ ਜੇ ਲਿਖਣ ਦਾ ਤਾਂ ਇਹ ਪ੍ਰੋਸੈਸ ਚੱਲਦਾ ਰਹਿਣਾ ਜਿੰਨੀ ਦੇਰ ਕਿਉਂਕਿ ਇੱਕ ਰਾਈਟਰ ਦੇ ਵਾਸਤੇ ਜਿਹੜਾ ਲਿਖਣਾ ਹੈ ਉਹ ਕੰਪਲਸ਼ਨ ਹੋ ਜਾਂਦੀ ਉਹਦੇ ਵਾਸਤੇ ਵੀ ਹੁਣ ਮੈਨੂੰ ਲਿਖਣਾ ਹੀ ਪੈਣਾ ਹੈ ਨਾ ਕਿਉਂਕਿ ਉਹਦੇ ਵਿੱਚੋਂ ਦੀ ਤੁਸੀਂ ਸੈਟੀਸਫੈਕਸ਼ਨ ਵੀ ਲੱਭਦੇ ਆ ਨਾ ਤੁਹਾਨੂੰ ਤਸੱਲੀ ਹੁੰਦੀ ਆ ਤੇ ਆਈ ਥਿੰਕ ਵੈਲ ਇੰਨੇ ਘੱਟ ਸਮੇਂ ਵਿੱਚ ਤੁਹਾਨੂੰ ਜਾਣਨਾ ਇੱਕ ਨਾਮੁਮਕਿਨ ਅਤੇ ਮੁਸ਼ਕਿਲ ਕੰਮ ਹੈ ਪਰ ਅਸੀਂ ਤੁਹਾਡੀ ਆਵਾਜ਼ ਨੂੰ ਸਮਝਿਆ ਹੈ ਅਤੇ ਅਸੀਂ ਤੁਹਾਡੀ ਆਵਾਜ਼ ਨੂੰ ਸੁਣਿਆ ਹੈ ਤੇ ਅਸੀਂ ਸੋਚਦੇ ਹਾਂ ਕਿ ਸਾਡਾ ਇਹ ਪ੍ਰੋਜੈਕਟ ਤੁਹਾਡੀ ਆਵਾਜ਼ ਨੂੰ ਬਾਕੀ ਸਾਰਿਆਂ ਤੱਕ ਵੀ ਪਹੁੰਚਾਵੇਗਾ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਤੇ ਅਸੀਂ ਹੋਪ ਕਰਦੇ ਹਾਂ ਕਿ ਇਹ ਪ੍ਰੋਜੈਕਟ ਤੁਹਾਡੇ ਲਾਈਫ ਦੀ ਥੀਮ ਨਾਲ ਜਾਂ ਹੈਲਪ ਕਰੇਗਾ ਜਾਂ ਇਨਕਰੇਜ ਕਰੇਗਾ ਤੇ ਬਾਕੀ ਸਾਰਿਆਂ ਨੂੰ ਵੀ ਪ੍ਰੇਰਨਾ ਦੇਵੇਗਾ ਥੈਂਕ ਯੂ ਵੈਰੀ ਮਚ ਆਈ ਹੋਪ ਦੈਟ ਕਿ ਵਧੀਆ ਤੁਹਾਡਾ ਪ੍ਰੋਜੈਕਟ ਜਿਹੜਾ ਉਹਦੇ ਲਈ ਮੈਂ ਤੁਹਾਨੂੰ ਸ਼ੁਭਕਾਮਨਾਵਾਂ ਦਿੰਦੀ ਹਾਂ ਤੇ I wish you all the best for this project. Okay, you are doing great job for doing this this project. ਪਰ ਤੁਹਾਡੇ ਟਾਈਮ ਬਿਨਾ ਇਹ ਸਭ ਕੁਝ ਮੁਮਕਿਨ ਨਹੀਂ ਸੀਗਾ Well, thank you very much. Okay. Thank you so much. ਅੱਛਾ ਪਹਿਲਾਂ ਸਭ ਤੋਂ ਪਹਿਲੀ ਕਿਤਾਬ ਦਾ ਨਾਮ ਕੀ ਸੀ ਕਵਿਤਾ ਦੀ ਸੀ ਤੇ ਫਿਰ ਤੁਸੀਂ ਕਵਿਤਾ ਦੀਆਂ ਕਿੰਨੀਆਂ ਕਿਤਾਬਾਂ ਲਿਖੀਆਂ ਨਾ ਕਵਿਤਾ ਦੀ ਆ ਜਾਏਗੀ ਨਾ ਫਿਰ ਕਹਾਣੀ ਦੀ ਤੁਸੀਂ ਕੈਨੇਡਾ ਦੇ ਕਾਫੀ ਜਾਣੇ ਪਛਾਣੇ ਲੇਖਕ ਹੋ ਅਤੇ ਤੁਸੀਂ ਕਈ ਰਚਨਾਵਾਂ ਲਿਖੀਆਂ ਹਨ ਤੁਹਾਡੀ ਪਹਿਲੀ ਕਵਿਤਾ ਦੀ ਕਿਤਾਬ ਕਿਹੜੀ ਸੀ ਮੇਰੀ ਸਭ ਤੋਂ ਪਹਿਲੀ ਕਵਿਤਾ ਦੀ ਕਿਤਾਬ ਜੋ ਛਪੀ ਹੈ ਉਹ ਪੌਣਾ ਨਾਲ ਗੁਫ਼ਤਗੂ ਸੀਗੀ ਤੇ ਇੱਥੇ ਪਈ ਹੋਣੀ ਹੈ ਕਿਤੇ ਨਾ ਕਿਤੇ ਉਸ ਤੋਂ ਬਾਅਦ ਜਿਹੜੀ ਛਪੀ ਹੈ ਉਹ ਉਦੋਂ ਹੀ ਨਾਲ ਹੀ ਸਪੀਕਿੰਗ ਟੂ ਦ ਵਿੰਡਸ ਇੰਗਲਿਸ਼ ਦੇ ਵਿੱਚ ਤੇ ਫੁੱਟਪ੍ਰਿੰਟਸ ਆਫ ਸਾਇਲੈਂਸ ਉਹ ਵੀ ਅੰਗਰੇਜ਼ੀ ਵਿੱਚ ਸੀ ਤੇ ਸੈਂਡਸਕੇਪ ਵੀ ਇੰਗਲਿਸ਼ ਚ ਹੈ ਉਸ ਤੋਂ ਬਾਅਦ ਫਿਰ ਔਰਤ ਸ਼ਬਦ ਤੇ ਸ਼ਕਤੀ ਰੋਮ ਨੂੰ ਵਿੱਚ ਜਗਦੇ ਦੀਵੇ ਤੇ ਨਾਮ ਤਿਹਾਰੇ ਤੇ ਜਿਹੜੀ ਲੇਟੈਸਟ ਕਿਤਾਬ ਹੈ ਮੇਰੀ ਉਹ ਹੈਗੀ ਆ ਕਲਰਸ ਆਫ ਮਾਈ ਹਾਰਟ ਇੰਗਲਿਸ਼ ਦੀ ਆ ਸੋ ਇਹ 8 ਕਿਤਾਬਾਂ ਪੋਇਟਰੀ ਦੀਆਂ ਨੇ ਤੇ ਤੁਸੀਂ ਲੇਖ ਵੀ ਲਿਖਦੇ ਹੋ ਤੇ ਕਹਾਣੀਆਂ ਦੇ ਉੱਤੇ ਵੀ ਤੁਸੀਂ ਕਾਫੀ ਕਿਤਾਬਾਂ ਲਿਖੀਆਂ ਨੇ ਹਾਂ ਲੇਖ ਵੀ ਕੁਝ ਲਿਖੇ ਨੇ ਪਰ ਉਹ ਅਖਬਾਰਾਂ 'ਚ ਛਪਦੇ ਨੇ ਉਹਦੀ ਜੇ ਕੋਈ ਪੁਸਤਕ ਨਹੀਂ ਬਣਾਈ ਮੈਂ ਕਿਉਂਕਿ ਪ੍ਰੋਜ਼ ਦੀ ਲੇਖ ਆਮ ਆਰਟੀਕਲ ਵਗੈਰਾ ਚੱਲਦੇ ਰਹਿੰਦੇ ਨੇ ਜਾਂ ਲਿਟਰੇਰੀ ਆਰਟੀਕਲਸ ਹੁੰਦੇ ਨੇ ਜਾਂ ਕ੍ਰਿਟਿਸਿਜ਼ਮ ਦੇ ਕਹਾਣੀਆਂ ਦੀਆਂ 3 ਕਿਤਾਬਾਂ ਨੇ ਆ ਚੁੱਕੀਆਂ 7 ਪਰਾਈਆਂ ਪ੍ਰਵਾਸੀ ਔਰਤ ਦੀ ਡਾਇਰੀ ਤੇ ਜਿਹੜੀ ਕਥਾ ਤੇਰੀ ਮੇਰੀ ਜਿਹੜੀ ਨਵੀਂ ਕਿਤਾਬ ਹੈ ਕਥਾ ਤੇਰੀ ਮੇਰੀ ਤੇ ਇਸ ਤੋਂ ਬਾਅਦ ਡਰਾਮਿਆਂ ਦੀ ਕਿਤਾਬ ਹੈ ਮੈਲੀ ਵਸਤੀਆਂ ਧੀਆਂ ਇਹਦੇ ਵਿੱਚ 7 ਡਰਾਮੇ ਆ ਜਿਹੜੇ ਕਿ ਇੱਥੇ ਕੈਨੇਡਾ ਦੇ ਵਿੱਚ ਖੇਡੇ ਜਾ ਚੁੱਕੇ ਆ ਔਰ ਇਸ ਤੋਂ ਬਾਅਦ ਕੁਝ ਹੋਰ ਪੁੱਛਣਾ ਤੇ ਸੰਪਾਦਨਾ ਦੀਆਂ ਕਿਤਾਬਾਂ ਨੇ ਕੁਝ ਥੋੜੀਆਂ ਬਹੁਤੀਆਂ ਸੰਪਾਦਨਾ ਤੇ ਅਨੁਵਾਦ ਦੀਆਂ ਜਿਹੜੇ ਕਿ ਪਹਿਲਾਂ ਮੈਂ ਜ਼ਿਕਰ ਕੀਤਾ ਸੀ ਫੈਜ਼ ਅਹਿਮਦ ਫੈਜ਼ ਦੀ ਜਿਹੜੀ ਕਿਤਾਬ ਹੈ ਇਹ ਟ੍ਰਾਂਸਲਿਟਰੇਸ਼ਨ ਹੈ ਇਹਨਾਂ ਦੀ ਉਰਦੂ ਤੋਂ ਪੰਜਾਬੀ ਦੇ ਵਿੱਚ ਲਿਪੀ ਅੰਤਰ ਦੀ ਕਿਤਾਬ ਹੈ ਲਿਪੀ ਉਰਦੂ ਤੋਂ ਪੰਜਾਬੀ 'ਚ ਪਰ ਜੇ ਟ੍ਰਾਂਸਲੇਸ਼ਨ ਦੀਆਂ ਨੇ ਜਿਵੇਂ ਗਲਿੰਪਸਸ ਆਫ 20th ਸੈਂਚੁਰੀ ਪੋਇਟਰੀ ਉਹ ਟ੍ਰਾਂਸਲੇਸ਼ਨ ਹੈ ਸਾਰਾ ਪੰਜਾਬੀ ਪੋਇਟਰੀ ਤੋਂ ਪੰਜਾਬੀ ਤੋਂ ਅੰਗਰੇਜ਼ੀ ਦੇ ਵਿੱਚ ਹੈ ਉਹ 55 ਪੋਇਟਸ ਨੇ ਜਿਹੜੇ ਕੈਨੇਡਾ ਇੰਡੀਆ ਇੰਗਲੈਂਡ ਕੀਨੀਆ ਤੇ ਅਮਰੀਕਾ ਦੇ ਵਿੱਚ ਰਹਿੰਦੇ ਸੀ ਉਹ ਸਿਲੈਕਸ਼ਨ ਕਰਕੇ 55 ਪੋਇਟਸ ਨੂੰ ਟ੍ਰਾਂਸਲੇਟ ਕਰਕੇ ਕਿਤਾਬ ਹੈ ਗਲਿੰਪਸਸ ਆਫ 20th ਸੈਂਚੁਰੀ ਪੋਇਟਰੀ ਇੰਟਰਨੈਟ ਤੇ ਅਵੇਲੇਬਲ ਹੈਗੀ ਕਿਤਾਬ ਤੇ ਤੁਸੀਂ ਕਈ ਰਾਈਟਿੰਗਸ ਦਾ ਰਿਵਿਊ ਵੀ ਕੀਤਾ ਹੈ ਹਾਂ ਰਿਵਿਊ ਵੀ ਕੀਤਾ ਤੇ ਰਿਵਿਊ ਮੈਂ ਵੀ ਕੀਤਾ ਤੇ ਹੋਰਾਂ ਨੇ ਵੀ ਮੇਰੀ ਕਿਤਾਬ ਤੇ ਵੀ ਕੀਤਾ ਜਿਵੇਂ ਔਰਤ ਤੋਂ ਔਰਤ ਤੱਕ ਦਾ ਸਫ਼ਰ ਜਿਹੜਾ ਉਹ ਇੱਕ ਰਿਵਿਊ ਦੀ ਕਿਤਾਬ ਹੈ ਮੇਰੇ ਸਾਰੇ ਜਿੰਨੇ ਹੁਣ ਤੱਕ ਲਿਖੇ ਆ ਉਹਨਾਂ ਦੇ ਉੱਤੇ ਨਾ ਰਿਵਿਊ ਕੀਤਾ ਤੇ ਪਈ ਹੋਣੀ ਕਿਤੇ ਨਾ ਕਿਤੇ ਆ ਜੀ ਕਿਤਾਬ ਔਰਤ ਤੋਂ ਔਰਤ ਤੱਕ ਦਾ ਸਫ਼ਰ ਇਹਦੇ 'ਚ 20 ਲੇਖ ਨੇ 20 ਆਰਟੀਕਲਸ ਨੇ ਜਿਹੜੇ ਇਹਨਾਂ ਕਿਤਾਬਾਂ ਡਰਾਮੇ ਤੇ ਮਿਲ ਜਾਣਗੇ ਕਹਾਣੀਆਂ ਤੇ ਇਹਨਾਂ ਬਾਰੇ ਜੇ ਤੁਸੀਂ ਪੜ੍ਹਨਾ ਚਾਹੁੰਦੇ ਲੈ ਸਕਦੇ ਹੋ ਕਿਤਾਬ ਮੇਰੇ ਕੋਲ ਇਸ ਤੋਂ ਬਾਅਦ ਸੰਪਾਦਨਾ ਜਿਹੜੇ ਮਨ ਪ੍ਰਦੇਸੀ ਚੇਥੀ ਆਏ ਪੰਜਾਬੀ ਲੇਖ ਮੰਚ ਦੇ ਕਾਵਿ ਸੰਗ੍ਰਹਿ ਜਿਹੜਾ ਅਸੀਂ ਸੰਪਾਦਨ ਕੀਤਾ ਸੀ ਤੇ ਪ੍ਰੋਫੈਸਰ ਮੋਹਨ ਸਿੰਘ ਤੇ ਫੈਜ਼ ਅਹਿਮਦ ਫੈਜ਼ ਦਾ ਇੱਕ ਕਿਤਾਬ ਇੱਕ ਕ੍ਰਿਟਿਸਿਜ਼ਮ ਦੀ ਹੈ ਇਹ ਹੈਗੀ ਹੈ ਰੋਮਾਂਸ ਤੋਂ ਯਥਾਰਥ ਤੱਕ ਦੇ 2 ਕਵੀ ਤੇ ਬਾਕੀ 2 ਮੈਗਜ਼ੀਨ ਐਡਿਟ ਕੀਤੇ ਕੰਟੈਂਪਰੇਰੀ ਲਿਟਰੇਚਰ ਇਨ ਟ੍ਰਾਂਸਲੇਸ਼ਨ ਤੇ ਟੋਰਾਂਟੋ ਸਾਊਥ ਏਸ਼ੀਅਨ ਰਿਵਿਊ ਇਹ ਸਪੈਸ਼ਲ ਇਸ਼ੂ ਨੇ ਪੰਜਾਬੀ ਦੇ ਪੰਜਾਬੀ ਪੋਇਟਰੀ ਪੰਜਾਬੀ ਕਹਾਣੀ ਪੰਜਾਬੀ ਡਰਾਮਾ ਉਹਨਾਂ ਦੇ ਟ੍ਰਾਂਸਲੇਸ਼ਨ ਨੇ ਤਾਂ ਕਿ ਆਪਣੀ ਨੈਕਸਟ ਜਨਰੇਸ਼ਨ ਜਿਹੜੀ ਹੈ ਉਹ ਵੀ ਆਪਣੇ ਪੰਜਾਬੀ ਨਾਲ ਫੈਮਿਲੀਅਰ ਹੋ ਸਕੇ ਸੋ ਕੁੱਲ ਮਿਲਾ ਕੇ ਤੁਸੀਂ ਕਿਤਾਬਾਂ ਪੁੱਛਣਾ ਚਾਹੁੰਦੇ ਹੋ ਵੀ ਕਿੰਨੀਆਂ ਕਿਤਾਬਾਂ ਨੇ ਸੋ ਮੇਰਾ ਖਿਆਲ ਹੈ ਕਿ 18 ਕਿਤਾਬਾਂ ਹੋਣਗੀਆਂ 18 ਜਾਂ ਕਿਤਾਬਾਂ ਹੁਣ ਤੱਕ ਦੀਆਂ
ਤੇ ਇੱਕ ਕਿਤਾਬ ਤੇ ਮੈਂ ਹੁਣ ਕੰਮ ਕਰ ਰਹੀ ਹਾਂ ਜਿਹੜੀ ਮੇਰੀ ਪੋਇਟਰੀ ਦੀ ਹੈ, ਨੈਕਸਟ ਪੋਇਟਰੀ ਦੀ ਆ ਰਹੀ ਹੈ। ਰੰਗ ਮੰਡਲ ਉਹਦਾ ਨਾਮ। ਤੇ ਤੁਹਾਨੂੰ ਕਈ ਅਵਾਰਡ ਵੀ ਮਿਲੇ ਹਨ। ਹਾਂਜੀ। ਉਹਨਾਂ ਬਾਰੇ ਸਾਨੂੰ ਕੁਝ ਦੱਸੋ। ਅਵਾਰਡ ਕਈ ਹੈਗੇ ਨੇ। ਕਈ ਵਾਰੀ ਕਾਨਫਰੰਸ ਅਟੈਂਡ ਕਰਦੀ, ਜਿਵੇਂ ਦੂਜੀ ਵਿਸ਼ਵ ਪੰਜਾਬੀ ਕਾਨਫਰੰਸ ਜਿਹੜੀ ਪ੍ਰਿੰਸ ਜਾਰਜ ਹੋਈ ਸੀ, ਉੱਥੇ ਮੈਂ ਪਰਚਾ ਪੜ੍ਹਿਆ ਸੀ ਜਾ ਕੇ ਪੰਜਾਬੀ ਲਿਟਰੇਚਰ ਤੇ, ਉਹਨਾਂ ਨੇ ਅਵਾਰਡ ਕੀਤਾ ਸੀ। ਤੇ 2 ਸਾਲ ਪੰਜਾਬੀ ਕਾਨਫਰੰਸ ਜਿਹੜੀ ਉੱਥੇ ਕਰਦੇ ਰਹੇ ਨੇ ਉਹਦੇ ਕੀਤਾ। ਪੰਜਾਬੀ ਸਾਹਿਤ ਸਭਾ ਐਵਸਫੋਰਡ ਰਜਿਸਟਰ ਵਾਲਿਆਂ ਨੇ ਕੀਤਾ। ਇਸ ਤੋਂ ਬਾਅਦ ਹੈਗਾ ਪੰਜਾਬੀ ਸਾਹਿਤ ਸਭਾ ਕਲਚਰਲ ਸੁਸਾਇਟੀ ਕੈਲਗਰੀ ਵਾਲਿਆਂ ਨੇ ਕੀਤਾ। ਤੇ ਇੱਥੇ ਚੇਤਨਾ ਸੁਸਾਇਟੀ ਆ, ਉਹਨਾਂ ਨੇ ਆਨਰ ਕੀਤਾ। ਤੇ ਇਹ ਨਾਰਥ ਅਮਰੀਕਾ ਦੀ ਹੈਗੀ ਅਕੈਡਮੀ ਆਫ ਪੰਜਾਬੀ ਇੰਟਰਨੈਸ਼ਨਲ ਪੰਜਾਬੀ ਲਿਟਰੇਚਰ ਅਕੈਡਮੀ ਕੈਲੀਫੋਰਨੀਆ ਦੀ, ਉਹਨਾਂ ਨੇ ਉੱਥੇ ਸਪੈਸ਼ਲ ਬੁਲਾਇਆ ਸੀਗਾ ਪਰਚਾ। ਐਕਚੁਅਲੀ ਇਹਨਾਂ ਕਾਨਫਰੰਸ ਤੇ ਮੈਂ ਜਾਂਦੀ ਹਾਂ ਤੇ ਉੱਥੇ ਪਰਚਾ ਹੀ ਹੁੰਦਾ, ਆਪਣਾ ਪੜ੍ਹਨਾ ਹੁੰਦਾ, ਜਿਹੜਾ ਆਪਣਾ ਪੰਜਾਬੀ ਸਾਹਿਤ ਜਿਹੜਾ ਕੈਨੇਡਾ ਦੇ ਵਿੱਚ ਲਿਖਿਆ ਜਾ ਰਿਹਾ ਉਹਦੇ ਬਾਰੇ ਹੁੰਦਾ, ਕਈ ਵਾਰੀ ਕਹਾਣੀ ਬਾਰੇ ਹੁੰਦਾ, ਕਈ ਵਾਰੀ ਕਵਿਤਾ ਬਾਰੇ ਹੁੰਦਾ ਹੈ। ਤੇ ਤੁਸੀਂ ਦੱਸ ਰਹੇ ਸੀ ਕਿ ਤੁਹਾਡਾ ਇੱਕ ਬਲੌਗ ਵੀ ਹੈਗਾ, ਜਿਹੜੇ ਲੋਕਾਂ ਕੋਲ ਤੁਹਾਡੀ ਕਿਤਾਬਾਂ ਨਹੀਂ ਹਨ ਉਹ ਬਲੌਗ ਤੇ ਜਾ ਕੇ ਵੀ ਤੁਹਾਡੇ ਰਚਨਾਵਾਂ ਨੂੰ ਪੜ੍ਹ ਸਕਦੇ ਹਨ। ਹਾਂਜੀ, ਬਲੌਗ surjeetkalsi.wordpress.com। ਉੱਥੇ ਜਾ ਕੇ ਬਲੌਗ ਤੇ ਕਿਤਾਬਾਂ ਵੀ ਸਾਰੀਆਂ ਦੇਖ ਸਕਦੇ ਨੇ, ਕੁਝ ਰਿਵਿਊ ਨੇ ਬੁੱਕਸ ਤੇ ਉਹ ਵੀ ਨੇ, ਤੇ ਓਰੀਜਨਲ ਜਿਹੜੀ ਹੈ ਕਹਾਣੀ ਤੇ ਨਾਟਕ ਤੇ ਕੁਝ ਕਵਿਤਾਵਾਂ ਉਹਨਾਂ ਨੂੰ ਪੜ੍ਹਨ ਨੂੰ ਮਿਲਣਗੀਆਂ। ਉੱਥੇ ਫਿਰ ਇੱਕ ਲਿੰਕ ਹੈਗਾ ਜਿਹੜਾ ਉਹ ਆਪਣਾ ਔਰਗ ਦਾ, ਆਪਣਾ ਔਰਗ ਤੇ ਜਾ ਕੇ ਉਹ 3 ਕਿਤਾਬਾਂ ਜਿਹੜੀਆਂ ਨੇ ਫੁੱਲ ਲੈਂਥ ਦੇ ਵਿੱਚ ਪੜ੍ਹ ਸਕਦੇ ਨੇ। ਫੁੱਟਪ੍ਰਿੰਟਸ ਆਫ ਸਾਇਲੈਂਸ, ਸਪੀਕਿੰਗ ਟੂ ਦ ਵਿੰਡਸ, ਤੇ ਜਿਹੜੀ ਸਭ ਤੋਂ ਪਹਿਲੀ ਪੁਸਤਕ ਸੀ ਮੇਰੀ ਪੌਣਾ ਨਾਲ ਗੁਫ਼ਤਗੂ, ਉਹ ਪੂਰੀ ਦੀ ਪੂਰੀ ਕਿਤਾਬ ਪੜ੍ਹ ਸਕਦੇ ਹਾਂ। ਓਕੇ, ਧੰਨਵਾਦ। ਥੈਂਕ ਯੂ।